ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਸਾਡੇ ਪ੍ਰੋਗਰਾਮ ਦਾ ਨਾਂ ਹੈ ਟਿਪਸ ਫॉर ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। ਤੇ we thankful to Voice of Manavta TV, Sudha Meghraj Singh, for this opportunity to discuss our views about Sikh heritage. So welcome to all our participants and our audience. ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਨਮਸਤੇ, ਰਾਮ ਰਾਮ, ਸਲਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ, ਸਭ ਨੂੰ ਜੀ ਆਇਆਂ। Please remember that views discussed in this program are of individuals, not the official voice of the Voice of Manavta, and we are responsible for what we say during the program, each of us. And we appreciate people who already like our program, and the ones who are new, please press the bell so that you show that you also like our program, or any kind of questions or help will be most appreciated. Again, if you have any questions, please send straight to Meghraj Singh so that we can address them in our subsequent sessions. So now we have with me my co-anchor Gyani Dharam Singh ji and Sardar Jasveer Singh, Dr. Kulvinder Singh, Dr. Vasu, and Mr. Pawan Singh Arora from Pakistan. And new persons will continue to join as the time goes along, and we'll recognize them. So let me start by saying that we've been talking about, since the martyrdom of Banda Singh Bahadur, Sikhs have gone through a lot of persecution, 2 big genocides, and a lot of difficulties. And then under the guidance and of Nawab Kapoor Singh, and subsequently Jassa Singh Ahluwalia, Jassa Singh Ramgarhia, the system of missiles evolved, and those missiles controlled almost all over the Punjab. They also had fighting with each other for control of the land. So today we're going to address the situation where how from missiles Maharaja Ranjit Singh became the king of Lahore and eventually of the whole Punjab. In this context, I'm going to ask Dr. Vasu to give us a little background over here, that how Ranjit Singh became the Maharaja, and then what strategies he used to become a king. Hanji, Dr. Vasu, floor is yours. ਸਭ ਨੂੰ ਸਤਿ ਸ੍ਰੀ ਅਕਾਲ। ਇਸ ਸੰਬੰਧ 'ਚ ਇਹ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਦੇ 1799 'ਚ ਉਹਨੇ ਲਾਹੌਰ ਤੇ ਕਬਜ਼ਾ ਕੀਤਾ ਹੈ, ਪਰ ਜੋ 1797 ਦਾ ਪੰਜਾਬ ਕਿਸ ਤਰ੍ਹਾਂ ਦਾ ਹੈ ਉਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਜਿਹੜਾ ਹੈ ਦਿੱਲੀ ਦੇ ਮੁਗਲ ਅਧਿਕਾਰ ਤੋਂ ਸੁਤੰਤਰ ਹੋ ਗਿਆ ਸੀ, ਤੇ ਅਸਲ ਵਿੱਚ ਪੰਜਾਬ ਵਿੱਚ ਉਸ ਸਮੇਂ ਅਣਗਿਣਤ ਛੋਟੀਆਂ ਵੱਡੀਆਂ ਰਿਆਸਤਾਂ ਸਨ, ਜਿਵੇਂ ਮਿਸਲਾਂ ਸਨ, ਕਾਫੀ 12 ਮਿਸਲਾਂ ਸਨ। ਇਸੇ ਤਰ੍ਹਾਂ ਜਿਹੜੀਆਂ ਮਿਸਲਾਂ ਨੂੰ ਇਹਨਾਂ ਦੇ ਅੰਦਰ ਵੀ ਕਾਫੀ ਇਹ ਸੰਘਰਸ਼ ਰਹਿੰਦਾ ਸੀ ਆਪਣੇ ਲਾਲਚ ਦਾ, ਆਪਣੇ ਕਬਜ਼ੇ ਕਰਨ ਦਾ। ਤੇ ਬੈਰੂਨੀ ਤੌਰ ਤੇ ਅਫਗਾਨ ਇਸ ਤਰ੍ਹਾਂ ਮਰਾਠੇ ਜਿਹੜੇ ਨੇ, ਔਰ ਅੰਗਰੇਜ਼ ਤੇ ਗੋਰਖੇ, ਇਹ ਵੀ ਆਪਣੀਆਂ ਲਾਲਚੀ ਨਜ਼ਰਾਂ ਨਾਲ ਦੇਖਦੇ ਰਹਿੰਦੇ ਸਨ। ਮੁਸਲਮਾਨੀ ਰਿਆਸਤਾਂ ਸਨ, ਜਿਸ ਤਰ੍ਹਾਂ ਮੁਲਤਾਨ ਹੈ ਮੁਜ਼ੱਫਰ ਖਾਂ ਦੇ ਅਧੀਨ ਸੀ, ਇਸ ਤਰ੍ਹਾਂ ਡੇਰਾ ਗਾਜ਼ੀ ਖਾਂ ਹੈ, ਬਹਾਵਲਪੁਰ ਹੈ, ਇਹ ਦਾਊਦ ਪੁੱਤਰ ਸਨ ਇੱਥੇ, ਔਰ ਝੰਗ ਜਿਹੜਾ ਇਲਾਕਾ ਉਹ ਅਹਿਮਦ ਖਾਂ ਦੇ ਅਧੀਨ ਸੀ। ਇਸੇ ਤਰ੍ਹਾਂ ਫਤਿਹ ਖਾਂ ਤੇ ਆਜ਼ਮ ਖਾਂ ਇਹ ਪਿਸ਼ਾਵਰ ਦੇ ਉੱਤੇ ਕਾਬਲ ਸਨ, ਔਰ ਅਟਕ ਜਿਹੜਾ ਹੈ ਉਹ ਜਹਾਂਦਾਦ ਦੇ ਥੱਲੇ ਸੀ। ਕਸੂਰ ਜਿਹੜਾ ਹੈ ਉਹ ਸਰਦਾਰ ਮੁਜ਼ੱਫਰ ਖਾਂ ਦੇ ਥੱਲੇ ਸੀ, ਔਰ ਮਲੇਰਕੋਟਲਾ ਇੱਕ ਅਫਗਾਨ ਸਰਦਾਰ ਦੇ ਥੱਲੇ ਸੀ। ਇਹ ਸਾਰੀਆਂ ਮੁਸਲਮਾਨ ਰਿਆਸਤਾਂ ਆਪੋ ਆਪਣੇ ਇੰਡੀਪੈਂਡੈਂਟ ਰਾਜ ਕਰ ਰਹੀਆਂ ਸਨ। ਇਸੇ ਤਰ੍ਹਾਂ ਪਹਾੜੀ ਰਿਆਸਤਾਂ ਸਨ, ਸਕੇਤ ਹੈ, ਮੰਡੀ ਕੁੱਲੂ, ਬਖੌਲੀ,
ਇਹ ਸਾਰੀਆਂ ਚੰਬਾ, ਨੂਰਪੁਰ, ਜੰਮੂ ਤੇ ਕਾਂਗੜਾ, ਇਹ ਪਹਾੜੀ ਰਿਆਸਤਾਂ ਜਿਹੜੀਆਂ ਨੇ ਇਹ ਵੀ ਆਪਸ ਵਿੱਚ ਖਹਿੰਦੀਆਂ ਸਨ। ਹਾਂ, ਇੱਕ ਜ਼ਰੂਰ ਹੈ ਵੀ ਜਿਹੜਾ ਕਾਂਗੜੇ ਦਾ ਇੱਕ ਸਰਦਾਰ ਸੀ ਸੰਸਾਰ ਚੰਦ ਕਟੋਚ, ਉਹਨੇ ਕੀ ਕੀਤਾ, ਸਾਰੀਆਂ ਜਿਹੜੀਆਂ ਪਹਾੜੀ ਰਿਆਸਤਾਂ ਨੇ ਇਹਨਾਂ ਨੂੰ ਆਪਣੇ ਥੱਲੇ ਕਰਨ ਦਾ ਯਤਨ ਕੀਤਾ, ਤੇ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਕੰਮ ਸੌਖਾ ਹੋ ਗਿਆ ਵੀ ਉਹ ਇੱਕੋ ਸੰਸਾਰ ਚੰਦ ਨਾਲ ਹੀ ਲੜ ਸਕਦਾ ਸੀ। ਇਸ ਤਰ੍ਹਾਂ ਨੇਪਾਲ ਦੇ ਗੋਰਖੇ ਜਿਹੜੇ ਨੇ ਉਹ ਵੀ ਬੜੀਆਂ ਲਾਲਚੀ ਨਜ਼ਰਾਂ ਨਾਲ ਆਉਂਦੇ ਸਨ, ਔਰ ਉਹਨਾਂ ਨੇ ਗੜਵਾਲ ਤੇ ਕਮਾਊਂ ਜਿੱਤ ਲਏ ਸਨ। ਔਰ ਇਹ ਗੋਰਖੇ ਜਿਹੜੇ ਨੇ ਇਹ ਸਤਲੁਜ ਪਾਰ ਵੀ ਲੰਘ ਆਉਂਦੇ ਸਨ ਤੇ ਇਹਨਾਂ ਨਾਲ ਪਹਾੜੀ ਰਾਜੇ ਵੀ ਮਿਲ ਜਾਂਦੇ ਸਨ। ਇਸ ਤਰ੍ਹਾਂ ਰਣਜੀਤ ਲਈ ਇੱਕ ਖਤਰਾ ਸੀ। ਔਰ ਮਰਾਠੇ ਜਿਹੜੇ ਨੇ ਤੇ ਅੰਗਰੇਜ਼ ਇਹ ਵੀ ਦਖਲ ਦਿੰਦੇ ਸਨ, ਔਰ ਮਰਾਠੇ ਜਿਹੜੇ ਨੇ ਉਹ ਵੀ ਸਤਲੁਜ ਜਿਹੜਾ ਅਠਾੜ ਦਾ ਇਲਾਕਾ ਹੈ ਉੱਤੇ ਮਾਮਲਾ ਉਗਰਾਣ ਆ ਜਾਂਦੇ ਸਨ। ਇੱਕ ਦੌਲਤ ਰਾਏ ਸਿੰਧੀਆ ਸੀ, ਉਹਨੇ ਉੱਤਰੀ ਭਾਰਤ 'ਚ ਇੱਕ ਫਰਾਂਸੀਸੀ ਅਫਸਰ ਪੈਰਨ ਉਹ ਡਿਪਟੀ ਨਿਯੁਕਤ ਕਰਤਾ ਸੀ। ਇਸ ਤਰ੍ਹਾਂ ਕਰਕੇ ਇਹ ਹਾਲਾਤ ਸਨ। ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣਾ ਸਾਡੇ ਸਾਹਮਣੇ ਆਉਂਦੇ ਨੇ, ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਲਾਹੌਰ ਜਿਹੜਾ ਹੈ ਉਹਦੇ ਤੇ ਜਿਹੜੇ ਪੰਜਾਬ ਦੇ ਅਬਦਾਲੀ ਦੇ ਜਾਨਸ਼ੀਨ ਨੇ ਉਹ ਕਬਜ਼ਾ ਕਰਨਾ ਚਾਹੁੰਦੇ ਸਨ, ਤੇ ਜ਼ਮਾਨ ਸ਼ਾਹ ਜਿਹੜਾ ਹੈ ਉਹ ਰਣਜੀਤ ਸਿੰਘ ਉਹ ਕਾਫੀ 12,000 ਉਹ ਸਿਪਾਹੀ ਲੈ ਕੇ ਤੇ ਲਾਹੌਰ ਦੇ ਉੱਤੇ ਆ ਗਿਆ ਸੀ। ਤੋ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਤੇਜ਼ੀ ਨਾਲ ਉਹਦਾ ਟਾਕਰਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪਹੁੰਚਿਆ, ਔਰ ਇਹ ਚੌਥਾ ਹਮਲਾ ਸੀ। ਇਹ ਜਿਹੜਾ ਜ਼ਮਾਨ ਸ਼ਾਹ ਸੀ ਉਹਨੇ ਚੌਥੀ ਵਾਰੀ ਹਮਲਾ ਕੀਤਾ ਸੀ ਲਾਹੌਰ ਤੇ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹਦਾ ਟਾਕਰਾ ਕੀਤਾ ਤੇ ਉਹ ਬੜਾ ਪ੍ਰਭਾਵਿਤ ਵੀ ਹੋਇਆ। ਇਹ ਜਿਹੜਾ ਨੌਜਵਾਨ ਹੈ ਨਾ, ਇਹਦੇ ਨਾਲ ਸਾਨੂੰ ਉਹਦੇ ਪੰਗੇ ਨਹੀਂ ਲੈਣੇ ਚਾਹੀਦੇ, ਇਹਨਾਂ ਨਾਲ ਸਮਝੌਤਾ ਹੀ ਕਰਨਾ ਚਾਹੀਦਾ। ਉਹ ਜਿਹੜਾ ਜ਼ਮਾਨ ਸ਼ਾਹ ਹੈ ਉਹ ਫਿਰ ਵਾਪਸ ਚਲਾ ਗਿਆ। ਜਦੋਂ ਜ਼ਮਾਨ ਸ਼ਾਹ ਵਾਪਸ ਚਲਾ ਗਿਆ ਤੇ ਲਾਹੌਰ ਭੰਗੀ ਸਰਦਾਰਾਂ ਦੇ ਕਬਜ਼ੇ 'ਚ ਆ ਗਿਆ। ਇਹ ਜਿਹੜੇ 3 ਸਰਦਾਰ ਸਨ ਨਾ, ਇੱਕ ਸੀ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ, ਇਹਨਾਂ ਨੇ ਕਬਜ਼ਾ ਕਰ ਲਿਆ। ਪਰ ਇਹ ਭੰਗੀ ਸਰਦਾਰ ਸਨ, ਬੜੇ ਸ਼ਰਾਬੀ ਜੇ, ਤੇ ਕੋਈ ਜ਼ਿੰਮੇਵਾਰੀਆਂ ਨਹੀਂ ਸੀ ਫੀਲ ਕਰਦੇ, ਕੋਈ ਰਾਜ ਵੀ ਕੋਈ ਚੀਜ਼ ਹੁੰਦੀ ਹੈ। ਤੋ ਇਸ ਕਰਕੇ ਕੁਝ ਜਿਹੜੇ ਲਾਹੌਰ ਦੇ ਸ਼ਹਿਰੀ ਨੇ ਹੋਰ, ਉਹਨਾਂ ਰਣਜੀਤ ਸਿੰਘ ਨੂੰ ਚਿੱਠੀ ਪਾਈ ਭਈ ਤੁਸੀਂ ਆ ਜਾਓ, ਅਸੀਂ ਤੁਹਾਡੀ ਮਦਦ ਕਰਾਂਗੇ ਤੇ ਅਸੀਂ ਤੁਹਾਡੀ ਮਦਦ ਕਰਕੇ ਤਾਂ ਤੁਹਾਨੂੰ ਲਾਹੌਰ ਦਾ ਪੂਰਾ ਕਬਜ਼ਾ ਦਵਾਵਾਂਗੇ। ਤੋ ਇਸ ਤਰ੍ਹਾਂ ਸਦਾ ਕੌਰ ਜਿਹੜੀ ਸੀ ਉਹਦੀ ਸੱਸ, ਉਹਨੂੰ ਵੀ ਉਹਨਾਂ ਨੇ ਪ੍ਰਾਰਥਨਾ ਕੀਤੀ। ਤੋ ਇਨ ਸ਼ਾਰਟ ਕਿ ਸਦਾ ਕੌਰ ਔਰ ਰਣਜੀਤ ਸਿੰਘ ਦੀਆਂ ਦੋਵਾਂ ਫੌਜਾਂ ਨੇ ਆ ਕੇ ਹਮਲਾ ਕੀਤਾ ਲਾਹੌਰ ਤੇ। ਤੇ ਜਿਹੜੇ 2 ਭੰਗੀ ਸਰਦਾਰ ਨੇ ਉਹ ਤਾਂ ਉਸ ਵੇਲੇ ਖਿਸਕ ਗਏ, ਤੇ ਚੇਤ ਸਿੰਘ ਜਿਹੜਾ ਸੀ ਨਾ ਉਹਨੇ 2 ਦਿਨ ਟਾਕਰਾ ਕੀਤਾ ਤੇ ਤੀਜੇ ਦਿਨ ਉਹ ਵੀ ਜਿਹੜਾ ਉਹਨੂੰ ਹਥਿਆਰ ਸੁੱਟਤੇ। ਇਸੇ ਤਰ੍ਹਾਂ ਉਹ ਲਾਹੌਰ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਨੇ ਸੈਨਾ ਨੂੰ ਇੱਕ ਹੁਕਮ ਕੀਤਾ। ਕੀ ਹੁਕਮ ਕੀਤਾ? ਕਿ ਕਿਸੇ ਨੇ ਲੁੱਟ ਮਾਰ ਨਹੀਂ ਕਰਨੀ, ਨਾ ਕਿਸੇ ਔਰਤ ਜ਼ਾਤ ਦੀ ਬੇਪਤੀ ਕਰਨੀ ਹੈ। ਇਹਦੇ ਨਾਲ ਉਹਦੀ ਬੜੀ ਹਰਮਨ ਪਿਆਰਤਾ ਵਧੀ। ਔਰ ਇੱਕ ਉਹਨੇ ਜਿੰਨੇ ਚੌਧਰੀ ਨੇ ਲਾਹੌਰ ਦੇ, ਉਹਨਾਂ ਨਾਲ ਰਲ ਕੇ ਇੱਕ ਚੱਕਰ ਲਗਾਇਆ ਸਾਰਾ ਲਾਹੌਰ ਦੇ ਬਾਜ਼ਾਰਾਂ ਵਿੱਚ, ਤੇ ਉਹਨਾਂ ਨੂੰ ਭਰੋਸਾ ਦਿਵਾਇਆ ਲਾਹੌਰ ਦੇ ਵਾਸੀਆਂ ਨੂੰ ਕਿ ਤੁਹਾਡੀ ਜਾਨ ਤੇ ਤੁਹਾਡੀ ਜਾਇਦਾਦ ਤੇ ਤੁਹਾਡੇ ਹੱਕ ਸੁਰੱਖਿਅਤ ਹਨ। ਉਹ ਜਿਹੜਾ ਚੇਤ ਸਿੰਘ ਜਿਹੜਾ ਹਾਰ ਗਿਆ ਸੀ ਭੰਗੀ, ਉਸ ਨੂੰ ਵੀ ਗੁਜ਼ਾਰੇ ਜਿੰਨੀ ਜਾਗੀਰ ਦੇ ਦਿੱਤੀ। ਇਸ ਤਰ੍ਹਾਂ ਲਾਹੌਰ ਦੀ ਜਿੱਤ ਹੋਈ ਤੇ ਸਿੱਕਾ ਵੀ ਚਲਾਇਆ ਆਪਣਾ ਮਹਾਰਾਜਾ ਰਣਜੀਤ ਸਿੰਘ ਨੇ, ਔਰ ਸਿੱਕੇ ਤੇ ਲਿਖਿਆ ਦੇਗ ਤੇ ਫਤਿਹ ਨੁਸਰਤ ਫੇਦ ਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ। ਇਸੇ ਤਰ੍ਹਾਂ ਇੱਕ ਪਸੀਨ ਇਲਾਕਾ ਸੀ, ਇੱਕ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਹੋਰ ਗੱਠਜੋੜ ਬਣਿਆ। ਉਹ ਗੱਠਜੋੜੇ ਸੀਗੇ, ਇੱਕ ਗੁਲਾਬ ਸਿੰਘ ਭੰਗੀ
ਤੇ ਇਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ ਵੀ ਨਾਲ ਰਲ ਗਿਆ ਉਹਨਾਂ ਦੇ। ਤੇ ਇਸ ਤਰ੍ਹਾਂ ਉਸ ਗੱਠਜੋੜ ਨੇ ਪਸੀਨ ਦੇ ਇਲਾਕੇ ਦੇ ਆ ਕੇ, ਲਾਹੌਰ ਤੋਂ 12 ਮੀਲ ਸੀ, ਉੱਥੇ ਆਪਣੇ ਡੇਰੇ ਡਾਲ ਦਿੱਤੇ। ਤੇ ਮਾਰੇ ਇਹਦੇ ਨਾਲ ਹੋਰ ਵਜ਼ੀਰਾਬਾਦ ਦਾ ਜੋਧ ਸਿੰਘ ਵੀ ਸੀ, ਇੱਕ ਕਸੂਰੀਆ ਨਿਜ਼ਾਮਦੀਨ ਸੀ। ਇਹਦਾ ਮਤਲਬ ਗੁਲਾਬ ਸਿੰਘ ਸਿੱਖ ਹੋ ਗਿਆ ਤੇ ਨਾਲ ਮੁਸਲਮਾਨ ਰਲ ਕੇ, ਤੇ ਜੱਸਾ ਸਿੰਘ ਰਾਮਗੜੀਆ ਰਲ ਕੇ ਰਣਜੀਤ ਸਿੰਘ ਦੇ ਵਿਰੁੱਧ ਹੋ ਗਿਆ। ਪਰ ਰਣਜੀਤ ਸਿੰਘ ਨੇ ਜਾ ਕੇ ਫਿਰ ਆਪਣੀ ਸੈਨਾ ਦੇ ਝੰਡੇ ਵੀ ਕੱਢਤੇ। ਔਰ ਦੇਖੋ ਦੋਵੇਂ ਜਿਹੜੇ ਫੌਜਾਂ ਨੇ ਇੱਕ ਦੂਜੇ ਤੋਂ ਡਰਦੀਆਂ ਨੇ। 2 ਮਹੀਨੇ ਆਪੋ ਆਪਣੇ ਕੈਂਪਾਂ 'ਚ ਦੋਵੇਂ ਫੌਜਾਂ ਬੈਠੀਆਂ ਰਹੀਆਂ। ਅਖੀਰ ਤੇ ਗੁਲਾਬ ਸਿੰਘ ਜਿਹੜਾ ਹੈ, ਸ਼ਾਇਦ ਉਹ ਸ਼ਰਾਬ ਸ਼ਰੂਬ ਪੀਣ ਕਰਕੇ ਉਹਦੀ ਡੈਥ ਹੋ ਗਈ। ਉਹ ਗੱਠਜੋੜ ਜਿਹੜਾ ਢਿੱਲਾ ਪੈ ਗਿਆ ਤੇ ਗੱਠਜੋੜ ਟੁੱਟ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਜਿਹੜੇ ਇਕੱਠੇ ਹੋਏ ਸਨ ਉਹ ਖਤਮ ਹੋ ਗਏ ਤੇ ਪਸੀਨ ਦੇ ਇਲਾਕੇ ਤੇ ਹਮਲਾ ਹੋ ਗਿਆ। ਇਸੇ ਤਰ੍ਹਾਂ ਕੁਝ ਛੋਟੇ ਸਰਦਾਰ ਸਨ, ਜੰਮੂਵਾਲ, ਮੀਰੂਵਾਲ, ਨਾਰੋਵਾਲ, ਜੱਸਰਵਾਲ ਤੇ ਇਹ ਜੰਮੂ, ਇਹ ਛੋਟੇ ਸਰਦਾਰਾਂ ਦੀ ਵੀ ਸੁਧਾਈ ਕੀਤੀ। ਤੇ ਮਹਾਰਾਜੇ ਨੇ ਇੱਕ ਬੜਾ ਵੱਡਾ ਸਮਾਗਮ ਕੀਤਾ ਔਰ ਉਹਦੇ ਵਿੱਚ ਆਪਣਾ ਲਾਹੌਰ ਸਰਦਾਰੀ ਜਿਹੜੀ ਹੈ, ਮਹਾਰਾਜੇ ਦਾ ਖਿਤਾਬ ਉਹਨੇ ਹਾਸਲ ਕੀਤਾ। ਤੇ ਨਾਲ ਹੀ ਇਹ ਕਿਹਾ ਕਿ ਮੈਂ ਮੇਰੀ ਕੋਈ ਇਹਦੇ 'ਚ ਨਹੀਂ, ਇਹ ਗੁਰੂ ਮਹਾਰਾਜ ਦੀ ਜੋ ਕਿਰਪਾ ਹੈ ਉਹ ਹੋਈ ਹੈ। ਉਹਨੇ ਆਪਣੀ ਨਿਰਮਾਣਤਾ ਬਹੁਤ ਦਿਖਾਈ ਹੈ। 10 ਗੁਰੂਆਂ ਪ੍ਰਤੀ ਨਿਰਮਾਣ ਸਿੱਖ ਦਿਖਾਉਂਦੇ ਸਨ। ਇਸ ਤਰ੍ਹਾਂ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਨੇ ਵੱਖ-ਵੱਖ ਮੁਸਲਮਾਨਾਂ ਨਾਲ ਲੜ ਕੇ ਉਹਨਾਂ ਨੂੰ ਜਦਾਦਾਂ ਦੇ ਕੇ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਤੇ ਕਬਜ਼ਾ ਕੀਤਾ। Thank you ji for giving us the synopsis of the situation. ਇਸ ਵਕਤ ਮੈਂ I will ask ਗਿਆਨੀ ਧਰਮ ਸਿੰਘ ਜੀ ਆਇਆਂ ਨੂੰ, ਨਾਲੇ ਬਾਕੀ ਜਿਹੜੇ ਬੰਦੇ ਬਾਅਦ ਚ ਆਏ ਨੇ, ਬਜਿੰਦਰਾ ਸਿੰਘ ਨੇ, ਗਿਆਨੀ ਸੁੱਚਾ ਸਿੰਘ ਜੀ, ਸਾਰਿਆਂ ਨੂੰ ਵੈਲਕਮ। ਤੇ ਗਿਆਨੀ ਜੀ ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ ਇੱਥੇ? ਇਹਨਾਂ ਨੇ ਕਾਫੀ ਕੁਝ ਦੱਸਿਆ ਤੇ ਮੈਂ ਤੇ ਇਸ ਤਰ੍ਹਾਂ ਆ ਕਿ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਬਾਰੇ ਇਹਨਾਂ ਨੇ ਕਾਫੀ ਚਾਨਣਾ ਪਾਇਆ ਕਿ ਹਰ ਕੋਈ ਆਪਾ-ਧਾਪੀ ਮੱਚੀ ਹੋਈ ਸੀਗੇ। ਕਈ ਪਾਸਿਆਂ ਤੋਂ ਇੱਕ ਦੂਸਰੇ ਕੋਲੋਂ ਸ਼ਕਤੀ ਖੋਣ ਦੀ ਗੱਲ ਸੀ। ਤੇ ਜਿੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਨਦਾਨ ਦਾ ਸੰਬੰਧ ਆ, ਇਹਨਾਂ ਦੇ ਜਿਹੜੇ ਦਾਦਾ ਸੀ ਸਰਦਾਰ ਚੜ੍ਹਤ ਸਿੰਘ, ਉਹਨਾਂ ਦੇ ਅੱਗੋਂ ਦਾਦਾ ਸਰਦਾਰ ਬੁੱਧ ਸਿੰਘ ਜਿਹੜੇ ਸੀਗੇ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਉਹਨਾਂ ਅੰਮ੍ਰਿਤਪਾਨ ਕੀਤਾ ਸੀ। ਤੇ ਬਹਾਦਰੀ ਦੇ ਉਹ ਐਸੇ ਮੁਜੱਸਮੇ ਸੀਗੇ ਕਿ ਕਿਹਾ ਜਾਂਦਾ ਕਿ ਉਹਨਾਂ ਦੇ ਸਰੀਰ ਤੇ 40 ਨੇਜਿਆਂ, ਤਲਵਾਰਾਂ, ਤੀਰਾਂ ਦੇ ਫੱਟ ਸੀਗੇ। ਤੇ ਪਰ ਇਹ ਸਾਰੇ ਛੇਤੀ ਇਹਨਾਂ ਦੀ ਸ਼ਹਾਦਤਾਂ ਹੋ ਜਾਂਦੀਆਂ ਰਹੀਆਂ। ਸਰਦਾਰ ਨੌਦ ਸਿੰਘ, ਉਹਨਾਂ ਦੀ ਬਹਾਦਰੀ ਤੇ ਬਾ ਕਮਾਲ ਸੀਗੀ। ਤੇ ਉਹ ਵੀ ਇੱਕ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਿਆਂ ਹੋਇਆ ਸਰਦਾਰ ਕਪੂਰ ਸਿੰਘ ਨਾਲ ਮਿਲ ਕੇ ਤੇ ਉਹ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਏ ਸੀਗੇ। ਤੇ ਜਿਹੜੇ ਸਰਦਾਰ ਚੜ੍ਹਤ ਸਿੰਘ ਸੀਗੇ, ਉਹਨਾਂ ਨੇ ਆਪਣਾ ਫਿਰ ਸਰਦਾਰ ਨੌਦ ਸਿੰਘ ਤੋਂ ਬਾਅਦ ਸੰਭਾਲਿਆ ਸਾਰਾ ਜਥੇਬੰਦੀ ਨੂੰ। ਤੇ ਉਹਨਾਂ ਨੇ ਸ਼ਕਤੀ ਹੋਰ ਵਧਾਈ ਆਪਣੇ। ਅਸਲ 'ਚ ਉੱਥੋਂ ਸ਼ੁਕਰ ਚੱਕੀਆ ਮਿਸਲ ਦੀ ਆਰੰਭਤਾ ਹੁੰਦੀ ਆ। ਉਹਨਾਂ ਨੇ ਸ਼ੁਕਰ ਚੱਕ ਪਿੰਡ ਦੇ ਵਿੱਚ ਇੱਕ ਉਜੜੇ ਹੋਏ ਥਾਂ ਨੂੰ ਵਸਾ ਕੇ ਤੇ ਉੱਥੇ ਇੱਕ ਉਹਨਾਂ ਨੇ ਮਹਿਲ ਤਕੜਾ ਜਿਹੜਾ ਇੱਕ ਗੜੀ ਦੇ ਰੂਪ ਵਿੱਚ ਸੀ ਉਹ ਤਿਆਰ ਕੀਤਾ। ਫਿਰ ਉਹਦੀ ਰਾਖੀ ਵਾਸਤੇ 30 ਸਵਾਰ ਇਹਨਾਂ ਨੇ ਆਪਣੇ ਨਾਲ ਭਰਤੀ ਕੀਤੇ। ਤੇ ਉੱਥੋਂ ਬਾਅਦ ਫਿਰ ਇਹਦੇ ਸ਼ਕਤੀ ਵੱਧਦੀ ਗਈ। ਤੇ ਸਰਦਾਰ ਮਹਾਂ ਸਿੰਘ ਜੀ ਜਿਹੜੇ ਨੇ ਸਰਦਾਰ ਚੜ੍ਹਤ ਸਿੰਘ ਦੇ ਅੱਗੋਂ ਬੇਟੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ, ਇਹਨਾਂ ਦੀ ਉਮਰ ਉਦੋਂ ਛੋਟੀ ਸੀਗੀ ਜਦੋਂ ਸਰਦਾਰ ਇਹਨਾਂ ਦੀ ਉਮਰ 27 ਕਾਫੀ ਗੜਬੜ ਆ ਰਹੀ ਵਿੱਚ। ਹਾਂਜੀ ਕਰਤੇ ਮਿਊਟ। ਤੇ ਸਰਦਾਰ ਮਹਾਂ ਸਿੰਘ ਜੀ ਹੋਰਾਂ ਨੇ ਵੀ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ, ਬਹਾਦਰੀ ਦੇ ਮੁਜੱਸਮੇ ਸੀ। 27 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਫਿਰ ਸਰਦਾਰ ਮਹਾਰਾਜਾ ਰਣਜੀਤ ਸਿੰਘ ਉਦੋਂ 12 ਸਾਲ ਦੀ ਉਮਰ ਸੀਗੀ ਜਦੋਂ ਇਹਨਾਂ ਦਾ ਜਥੇਦਾਰੀ ਇਹਨਾਂ ਨੇ ਸਾਂਭੀ ਆ ਸ਼ੁਕਰ ਚੱਕੀਆ ਮਿਸਲ ਦੀ। ਤੋਂ ਅੱਗੇ ਫਿਰ ਆਪਾਂ ਵਿਚਾਰ ਕਰਦੇ ਜਾਵਾਂਗੇ। ਥੈਂਕ ਯੂ ਜੀ, ਥੈਂਕ ਯੂ ਗਿਆਨੀ ਧਰਮ ਸਿੰਘ ਜੀ। ਗਿਆਨੀ ਸੁੱਚਾ ਸਿੰਘ ਜੀ, ਵੀ ਟਾਕਿੰਗ ਅਬਾਊਟ ਕਿਵੇਂ ਮਹਾਰਾਜਾ ਰਣਜੀਤ ਸਿੰਘ ਹੋਣੀ ਬਣੇ, ਇਹਨਾਂ ਦੀ ਬੈਕਗ੍ਰਾਉਂਡ ਸਾਨੂੰ
ਬੜੇ ਡਿਟੇਲ ਚ ਦੱਸੀ ਹੈ, ਤੇ ਤੁਸੀਂ ਕੋਈ ਚੀਜ਼ ਇੱਥੇ ਐਡ ਕਰਨੀ ਹੋਵੇ? ਹੈਲੋ, ਅਨਮਿਊਟ ਕਰੋ ਆਪਣੇ ਆਪ ਨੂੰ, ਗਿਆਨੀ ਜੀ ਆਪਣੇ ਆਪ ਨੂੰ ਅਨਮਿਊਟ ਕਰੋ। ਹਾਂਜੀ, ਸੌਰੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਹਾਂਜੀ, ਪਿਛਲੇ ਹਫਤੇ ਵੀ ਜੀ ਇਸੇ ਸੰਬੰਧ ਦੇ ਵਿੱਚ ਹੀ ਗੱਲ ਹੋਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਦੇ ਵਿੱਚ ਜਿਹੜੀ ਇਹ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਆਉਂਦੀ ਹੈ, ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜ ਨੂੰ ਵਧਾਉਣ ਦੇ ਵਾਸਤੇ ਜਿਹੜਾ ਸਾਕਾਚਾਰੀ ਦਾ ਵੀ ਲਿਆ ਇਹਨਾਂ ਨੇ, ਜਿਹੜਾ ਉਧਰੋਂ ਜਿਹੜਾ ਇਹਨਾਂ ਨੂੰ ਹੈਲਪ ਮਿਲ ਸਕਦੀ ਸੀ ਸਹਾਇਤਾ ਲਈ ਹੈ, ਤੇ ਉਸ ਤੋਂ ਬਾਅਦ ਰਾਜਸੀ ਤਾਕਤ ਵਧਾਉਣ ਦੇ ਵਾਸਤੇ ਹੋਰ ਵੀ ਤਰੀਕਿਆਂ ਦੇ ਨਾਲ ਜਥੇਦਾਰ ਆਹਲੂਵਾਲੀਆ, ਉਹਨਾਂ ਦੇ ਜਿਹੜੇ ਅਗਾਂਹ ਉਹਨਾਂ ਦੇ ਭਤੀਜੇ ਅਗਾਂਹ ਲੱਗਦੇ ਸੀਗੇ, ਤੇ ਉਹਨਾਂ ਤੋਂ ਜਿਹੜੇ ਐਕਚੁਅਲੀ ਪੋਤਾ, ਭਰਾ ਦਾ ਪੋਤਰਾ, ਉਹਦੇ ਤੋਂ ਜਿਹੜੀ ਹੈਲਪ ਲੈ ਕੇ ਉਹਨਾਂ ਨੂੰ ਨਾਲ ਗੰਢ ਕੇ ਇਸ ਤਰ੍ਹਾਂ ਜਿਹੜਾ ਆਪਣਾ ਇਹਨਾਂ ਨੇ ਰਾਜ ਜਿਹੜਾ ਮਜ਼ਬੂਤ ਕੀਤਾ। ਤੇ ਇਹ ਮਤਲਬ ਇਹ ਰਾਜ ਕਰਨ ਦੀ ਇੱਕ ਨੀਤੀ ਹੈ, ਰਾਜ ਨੂੰ ਵਧਾਉਣ ਦੀ ਇੱਕ ਨੀਤੀ ਹੈ, ਜਿਹੜੀ ਕਿ ਇੱਕ ਸੁਗੜ ਸਿਆਣੇ ਰਾਜੇ ਦੇ ਵਿੱਚ ਹੋ ਸਕਦੀ ਹੈ। ਤੇ ਉਸ ਹਿਸਾਬ ਦੇ ਨਾਲ ਅਸੀਂ ਕਹਿ ਸਕਦੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਰੋਸ਼ਨ ਦਿਮਾਗ ਤੇ ਚੜ੍ਹਦੀ ਕਲਾ ਵਾਲੇ ਤੇ ਰਾਜ ਸੱਤਾ ਨੂੰ ਸਮਝਣੇ ਵਾਲੇ ਸੀਗੇ, ਤੇ ਰਾਜ ਕਿਸ ਤਰ੍ਹਾਂ ਲੈਣਾ, ਕਿਸ ਤਰ੍ਹਾਂ ਚਲਾਉਣਾ, ਤੇ ਇਹ ਸਾਰੇ ਗੁਣ ਉਹਨਾਂ ਦੇ ਵਿੱਚ ਹੈਗੇ ਸੀਗੇ। ਤੇ ਬਾਕੀ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਕਈ ਗੱਲਾਂ ਅਸੀਂ ਸੁਣਦੇ ਆਉਂਦੇ ਹਾਂ, ਉਹਨਾਂ ਦੀ ਵਿਚਾਰ ਕਰਨੀ ਬਣਦੀ ਹੈ ਕਿ ਉਹਨਾਂ ਜਿਹੜਾ ਇਸ ਤਰ੍ਹਾਂ ਹੁੰਦਾ ਕਿ ਸਾਡੇ ਨਾਲ ਖਾਸ ਕਰਕੇ ਸਿੱਖ ਕੌਮ ਦੇ ਨਾਲ ਪਹਿਲਾਂ ਤੇ ਹੁੰਦਾ ਆਇਆ ਕਿ ਸਾਡੇ ਲੀਡਰਾਂ ਨੂੰ ਸਾਡੇ ਲੋਕਾਂ ਦੇ ਵਿੱਚ ਬਦਨਾਮ ਕਰਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਜਾਂਦੀਆਂ, ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਬਹੁਤ ਸਾਰੀਆਂ ਜੁੜਦੀਆਂ ਗੱਲਾਂ ਹੈਗੀਆਂ। ਪਰ ਜੇ ਉਹਨਾਂ ਸਾਰੀਆਂ ਨੂੰ ਵਿਚਾਰ ਦੇ ਵਿੱਚ ਲਿਆਵਾਂਗੇ ਤਾਂ ਫਿਰ ਹੌਲੀ ਹੌਲੀ ਸਮਝ ਲੱਗੇਗੀ ਕਿ ਇੰਨਾ ਉਹਨਾਂ ਦਾ ਕਸੂਰ ਹੈ ਨਹੀਂ ਸੀ ਜਿੰਨਾ ਜਿਹੜਾ ਸਾਨੂੰ ਦਿਖਾਲਿਆ ਜਾ ਰਿਹਾ। ਤੇ ਸਾਡਾ ਜਿਹੜਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀਆਂ ਚੰਗਿਆਈਆਂ ਨੂੰ ਦੇਖ ਕੇ ਜਿਹੜਾ ਅਗਾਂਹ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਜੀ। ਉਹ ਜਿਹੜੀ ਗੱਲ ਕਰ ਰਹੇ ਸੀ ਤੇ ਉਹਨਾਂ ਦੇ ਰਿਸ਼ਤੇਦਾਰ ਆਪਣੇ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਹਲੂਵਾਲੀਆ ਵੱਲੋਂ, ਹਾਂਜੀ, ਉਹ ਫਤਿਹ ਸਿੰਘ ਆਹਲੂਵਾਲੀਆ ਸੀ। ਫਤਿਹ ਸਿੰਘ ਆਹਲੂਵਾਲੀਆ, ਹਾਂਜੀ, ਫਤਿਹ ਸਿੰਘ ਆਹਲੂਵਾਲੀ ਪਿਛਲੀ ਵਾਰੀ ਦੱਸਿਆ ਸੀ ਨਾ ਜੀ ਕਿ ਫਤਿਹ ਸਿੰਘ ਆਹਲੂਵਾਲੀਆ ਸੀ। ਸੋ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਨਾਲ ਗੰਢਿਆ, ਤੇ ਉਹ ਫਿਰ 32 ਸਾਲ ਲਗਾਤਾਰ ਫਿਰ ਇਹਨਾਂ ਦੇ ਨਾਲ ਹੀ ਰਹੇ, ਹਮੇਸ਼ਾ ਹਰ ਇੱਕ ਜੰਗ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਰਹੇ, ਮੈਦਾਨੀ ਜੰਗ ਵਿੱਚ ਰਹੇ। ਥੈਂਕ ਯੂ। ਤੇ ਆਪਣੇ ਡਾਕਟਰ ਰਵਿੰਦਰ ਸਿੰਘ ਵੀ ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ ਤੇ? ਤੁਸੀਂ ਮਿਊਟਡ ਆ ਜੀ, ਅਨਮਿਊਟ ਕਰੋ ਆਪਣੇ ਆਪ ਨੂੰ, ਆਪਣੇ ਆਪ ਨੂੰ ਅਨਮਿਊਟ ਕਰੋ। ਹਾਂਜੀ, ਫਿਰ ਮਿਊਟ ਹੋ ਗਿਆ ਜੀ। ਨਹੀਂ, ਹਲੇ ਵੀ ਅਨਮਿਊਟ ਹੈ ਤੁਸੀਂ, ਹਲੇ ਵੀ ਅਨਮਿਊਟ ਹੈ। ਹੁਣ ਠੀਕ ਹੈ ਜੀ, ਹਲੇ ਹੁਣ ਹੈ। ਹਾਂਜੀ, ਹੁਣ ਕਰੂਗਾ। just again unmute, you're still muted। ਹੁਣ ਦੇਖੋ ਸਰ, ਆਈਏ ਬਸ। ਹਾਂਜੀ ਠੀਕ ਸਰ। ਹਾਂਜੀ, ਇਹ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਨਾ ਉਹਨਾਂ ਦੀ ਸਾਕਾਚਾਰੀ, ਮੈਂ ਥੋੜਾ ਇਹਦੇ ਬਾਰੇ ਗੱਲ ਕਰਨੀ ਚਾਹਾਂਗਾ ਕਿ ਅਸੀਂ ਆਮ ਤੌਰ ਤੇ ਸੋਚ ਲੈਂਦੇ ਹਾਂ ਕਿ ਜੇ ਸਿੱਖ ਕੋਈ ਰਾਜਾ ਬਣਿਆ ਮੈਂ ਤੇ ਉਹਦੀ ਹਰ ਚੀਜ਼ ਵੱਖਰੀ ਹੋਣੀ ਚਾਹੀਦੀ ਹੈ। ਮੈਂ ਪਰਸਨਲੀ ਸਾਕਾਚਾਰੀ ਬਾਰੇ ਇਹ ਮਹਿਸੂਸ ਕਰਦਾ ਵਾਂ ਕਿ ਜਿੱਦਾਂ ਵੱਖਰੇ ਵੱਖਰੇ ਰਾਜਿਆਂ ਦੀਆਂ ਬੇਟੀਆਂ ਦੇ ਨਾਲ ਰਿਲੇਸ਼ਨ ਜਿਹੜੇ ਨੇ, ਮਤਲਬ ਸ਼ਾਦੀ ਕਰਵਾਉਣੀ ਜਾਏ, ਜਿਹੜੇ ਵੀ ਪਹਿਲੇ ਰਾਜੇ ਕਰਦੇ ਆ ਰਹੇ ਹੁੰਦੇ ਨੇ, ਕੁਝ ਚੀਜ਼ਾਂ ਸਮੇਂ ਦੇ ਨਾਲ ਵੱਡੀਆਂ ਜ਼ਰੂਰਤਾਂ ਬਣ ਜਾਂਦੀਆਂ ਆਪਣੇ ਸੰਬੰਧ ਵਧਾਉਣ ਵਾਸਤੇ। ਠੀਕ ਹੈ। ਸੋ ਜਦੋਂ ਤੁਸੀਂ ਰਾਜਪਾਲ ਚ ਆਉਂਦੇ ਹੋ ਤੇ ਤੁਹਾਨੂੰ ਉਹ ਚੀਜ਼ਾਂ ਨੂੰ ਕੁਝ ਹੱਦ ਤੱਕ ਅਡੋਪਟ ਕਰਨਾ ਪੈਂਦਾ ਹੈ, ਤੇ ਉਹ ਜਾਇਜ਼ ਵੀ ਹੁੰਦਾ ਹੈ। That's a good point। ਹਾਂਜੀ, good point। ਤੁਸੀਂ ਅਗਰ ਕੋਈ ਤੁਹਾਨੂੰ ਆਫਰ ਹੀ ਕਰ ਦਿੰਦਾ, ਹਾਂਜੀ, ਅਗਰ ਕੋਈ ਤੁਹਾਨੂੰ ਆਫਰ ਹੀ ਕਰ ਦਿੰਦਾ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਤੁਹਾਡੇ ਕਰਨਾ ਚਾਹਦਾ, ਤਾਂ ਤੁਹਾਨੂੰ ਜਿਹੜੀ ਇੱਕ ਸ਼ਿਸ਼ਟਾਚਾਰ ਜਿਹੜਾ ਨਾ ਉਹ ਤੁਹਾਨੂੰ ਬਾਉਂਡ ਕਰ ਦਿੰਦਾ। ਦੂਸਰੀ ਗੱਲ, ਉਹਨਾਂ ਸਮਿਆਂ ਵਿੱਚ ਇਹ ਰੂਲਸ ਵੀ ਸ਼ਾਇਦ ਇੰਨੇ ਸਖਤ ਨਹੀਂ ਸੀ। ਵੀ ਆਪਾਂ ਜਿਸ ਤਰ੍ਹਾਂ ਕਹਿ ਲਓ ਵੀ ਸੋਚੀਏ, ਹੁਣ ਗੱਲ ਆ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪ੍ਰਾਪਤੀਆਂ ਬਾਰੇ। ਪ੍ਰਾਪਤੀ ਬਾਰੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹਨਾਂ ਨੇ ਤਕਰੀਬਨ ਅੱਧੀ ਸੈਂਚਰੀ ਰਾਜ ਕੀਤਾ, ਤੇ ਰਾਜ ਕਰਨ ਵੇਲੇ ਉਹਨਾਂ ਨੇ ਬਾਕੀ ਧਰਮਾਂ ਨੂੰ ਬਰਾਬਰ ਮਾਨ ਸਨਮਾਨ ਦਿੱਤਾ। ਉਹਦੇ ਬਾਰੇ ਮੈਂ ਅੱਜ ਦੇ ਸੰਦਰਭ ਵਿੱਚ ਹੀ ਗੱਲ ਕਰ ਲੈਣਾ ਵਾ ਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਕੰਟਰੀਜ਼ ਦੇ ਵਿੱਚ ਸੈਕੂਲਰਿਜ਼ਮ ਹੈ,
ਸਾਰੇ ਧਰਮਾਂ ਨੂੰ ਮਾਨ ਸਤਿਕਾਰ ਹੈ, ਅਸੀਂ ਉਹਨਾਂ ਕੰਟਰੀਜ਼ ਨੂੰ ਬੜੀ ਅੱਛੀ ਨਜ਼ਰ ਨਾਲ ਦੇਖਦੇ ਹਾਂ। ਸੋ ਸਿਮਿਲਰਲੀ ਜੇ ਅਸੀਂ ਅੱਜ ਤੋਂ 200 300 400 ਸਾਲ ਪਹਿਲਾਂ ਚੱਲ ਜਾਈਏ ਤੇ ਉਦੋਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਅਣਸੁਖਾਵੇਂ ਸਨ, ਮਨੁੱਖਤਾ ਡਿਵਾਈਡਡ ਸੀ। ਉਦੋਂ ਅਗਰ ਮਹਾਰਾਜ ਐਡੀ ਵੱਡੀ ਸੋਚ ਰੱਖਦੇ ਸਨ ਕਿ ਸਾਰੇ ਧਰਮਾਂ ਨੂੰ ਮਾਨ ਸਤਿਕਾਰ ਦਿੰਦੇ ਸਨ, ਤੇ ਇਹ ਉਹਨਾਂ ਦੀ ਬੜੀ ਵੱਡੀ ਫਰਾਖਦਿਲੀ ਸੀ, ਬੜੀ ਦੂਰਦ੍ਰਿਸ਼ਟੀ ਸੀ, ਤੇ ਉਹਨਾਂ ਦਾ ਵੱਡਾ ਪਨ ਸੀ। ਹੁਣ ਥੈਂਕ ਯੂ। ਇੱਕ ਹੋਰ ਕੁਐਸਚਨ ਹੈ, ਹਾਂਜੀ should I continue sir? ਹਾਂਜੀ ਕਰੋ। ਹਾਂਜੀ, ਦੂਸਰੀ ਗੱਲ ਸਰ ਆ ਜਾਂਦੀ ਹੈ ਕਿ ਮਨ 'ਚ ਸਵਾਲ ਉੱਠਦਾ ਹੈ ਕਿ ਮਹਾਰਾਜਾ ਜੀ ਦੇ ਜਾਣ ਤੋਂ ਬਾਅਦ ਜਿਹੜਾ ਸਿੱਖ ਧਰਮ ਉਹ ਸਟੈਬਲਿਸ਼ ਨਹੀਂ ਰਿਹਾ, ਤੇ ਸਾਡੇ ਮਨ 'ਚ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਐਸਾ ਤੇ ਨਹੀਂ ਹੈ ਕਿ ਮਹਾਰਾਜ ਨੇ ਸਿੱਖ ਧਰਮ ਨੂੰ ਨਿਗਲੈਕਟ ਕਰਤਾ ਹੋਵੇ, ਕਿਸੇ ਸਿੱਖ ਨੂੰ ਅੱਗੇ ਆਉਣ ਦਾ ਮੌਕਾ ਨਾ ਦਿੱਤਾ ਹੋਵੇ। ਇਹਦੇ ਬਾਰੇ ਜੋ ਅਸੀਂ ਵਿਚਾਰ ਹੀ ਕਰ ਸਕਦੇ ਹਾਂ, ਡੈਫੀਨੇਟਲੀ ਤੇ ਕੁਝ ਨਹੀਂ ਕਹਿ ਸਕਦੇ। ਮੇਰਾ ਪਰਸਨਲ ਵਿਚਾਰ ਹੈ ਇਹਦੇ ਬਾਰੇ ਕਿ ਜਿਹੜੇ ਵੀ ਧਰਮ ਹੁੰਦੇ ਨੇ, ਧਰਮਾਂ ਜਦੋਂ ਅਸੀਂ ਬਾਕੀ ਧਰਮਾਂ ਇਨਵੋਲਵ ਕਰਦੇ ਆ ਨਾ, ਤੇ ਰਾਜੇ ਇੱਕ ਨੀਤੀ ਜ਼ਰੂਰ ਵਰਤਦੇ ਨੇ। ਉਹ ਨੀਤੀ ਅਕਬਰ ਬਾਰੇ ਮਸ਼ਹੂਰ ਹੈ ਕਿ ਅਕਬਰ ਬਾਦਸ਼ਾਹ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਜਦੋਂ ਹਿੰਦੁਸਤਾਨ ਤੇ ਰਾਜ ਕੀਤਾ ਤੇ ਉਹਨੇ ਬਾਕੀ ਧਰਮਾਂ ਦੇ ਮੰਦਿਰਾਂ ਦੇ ਬਾਕੀ ਸਾਰੇ ਨਾ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ। ਪਰ ਬਿਹਾਈਂਡ ਦਾ ਸੀਨ ਕੀ ਸੀ ਕਿ ਕਹਿੰਦੇ ਕਿ ਜਿੱਦੇ ਮੰਦਿਰ ਸਨ ਅਕਬਰ ਦੇ ਵੇਲੇ, ਮੰਦਿਰਾਂ ਦੇ ਵਿੱਚ ਕ੍ਰਿਸ਼ਨ ਮਹਾਰਾਜ ਦੀ ਜਿਹੜੀਆਂ ਮੂਰਤੀਆਂ ਸਨ ਉਹ ਮੱਖਣ ਖਾਂਦੀਆਂ ਦੀ ਮੂਰਤੀਆਂ ਦੇ ਸਨ, ਲੇਕਿਨ ਕ੍ਰਿਸ਼ਨ ਮਹਾਰਾਜ ਦੀ ਸੁਦਰਸ਼ਨ ਚੱਕਰ ਦੀ ਮੂਰਤੀ ਕਿਧਰੇ ਨਹੀਂ ਸੀ। ਕਹਿਣ ਦਾ ਮਕਸਦ ਕਿ ਰਾਜੇ ਨੂੰ ਹਮੇਸ਼ਾ ਧਰਮ ਨਹੀਂ ਮਾੜਾ ਹੁੰਦਾ, ਉਹਨੂੰ ਹੁੰਦਾ ਮੇਰੇ ਨਾਲ ਕੋਈ ਵਿਦਰੋਹ ਨਾ ਕਰੇ। ਜਿਹੜਾ ਵਿਦਰੋਹ ਕਰੇਗਾ ਉਹਨੂੰ ਉਹ ਤੋਂ ਡਰ ਲੱਗਦਾ ਹੈ। ਸੋ ਹੋ ਸਕਦਾ ਹੈ ਮਹਾਰਾਜ ਨੇ ਵੀ ਕੋਈ ਐਸੀ ਸਟ੍ਰੈਟਜੀ ਅਪਣਾਈ ਹੋਵੇ, ਪਰ ਉਸ ਵੇਲੇ ਦੇ ਇਹ ਧਰਮ ਸਨ ਬਹੁਤ ਐਸਟੈਬਲਿਸ਼ ਸਨ। ਇਸੇ ਕਰਕੇ ਸ਼ਾਇਦ ਅਸੀਂ ਜਿੱਦਾਂ ਸੋਚ ਲੈਂਦੇ ਕਿ ਮਹਾਰਾਜ ਡੋਗਰਿਆਂ ਤੋਂ ਮਾਰ ਖਾ ਕੇ, ਐਕਚੁਅਲੀ ਕੀ ਸੀ ਕਿ ਜਿਹੜੇ ਗੁਆਂਢੀ ਰਾਜੇ ਸਨ ਉਹਨਾਂ ਦੇ ਤੇ ਉਹਨਾਂ ਨਾਲ ਲਿੰਕ ਹੋਣੇ ਹੀ ਸਨ ਡੋਗਰਿਆਂ ਤੇ ਐਕਸਟਰਾ ਦੇ ਨਾਲ, ਤੇ ਅੰਦਰੋਂ ਖਾਤੀ ਤੇ ਉਹ ਨਹੀਂ ਸੀ ਚਾਹੁੰਦੇ ਕਿ ਇੱਕ ਸਿੱਖ ਮਹਾਰਾਜਾ ਸਾਡੇ ਤੇ ਰਾਜ ਕਰੇ। ਉਹ ਤਾਕਤ ਅੱਗੇ ਉਹਨਾਂ ਨੂੰ ਮਜਬੂਰਨ ਝੁਕਣਾ ਪੈ ਰਿਹਾ ਸੀ, ਪਰ ਦਿਲੋਂ ਉਹਨਾਂ ਦੇ ਅੰਦਰ ਈਰਖਾ ਜ਼ਰੂਰ ਹੈਗੀ ਸੀ। ਇਹ ਵੀ ਇੱਕ ਈਰਖਾ ਵੀ ਨੈਚੁਰਲ ਹੈ। ਥੈਂਕ ਯੂ ਜੀ, ਥੈਂਕ ਯੂ। ਵਿਲ ਕਮ ਬੈਕ ਟੂ ਦੈਟ। ਪਾਟਿਆ ਸਾਹਿਬ, ਤੁਸੀਂ ਇੱਥੇ ਕੋਈ ਚੀਜ਼ ਐਡ ਕਰਨੀ ਹੋਵੇ ਤੁਹਾਡੇ ਖਿਆਲ ਅਨੁਸਾਰ ਇਸ ਤਰ੍ਹਾਂ ਜਿਹੜੀ ਸਿਚੁਏਸ਼ਨ ਸੀ ਪੰਜਾਬ ਦੀ, ਗੜਬੜ ਕਿੰਨੀ ਸੀਗੀ, ਕਿਵੇਂ ਉਹਨਾਂ ਨੂੰ ਕੁਆਇਟ ਚੰਗੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਕੰਟਰੋਲ ਕੀਤਾ ਤੇ ਸਾਰਿਆਂ ਨੂੰ ਸੰਬੰਧ ਪੈਦਾ ਕੀਤੇ ਕਿ ਇੱਕ ਰਾਜ ਬਣ ਸਕੇ। ਇਹਦੇ ਬਾਬਤ ਤੁਹਾਡੇ ਕੀ ਵਿਚਾਰ ਨੇ? ਅਨਮਿਊਟ ਕਰੋ ਆਪਣੇ ਆਪ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਦੇਖੋ ਜੀ, ਅੰਗਰੇਜ਼ੀ ਕਹਿੰਦੇ ਹਾਈਂਡਸਾਈਟ ਇਜ਼ 20/20। ਹੁਣ ਅਸੀਂ ਬੈਠ ਕੇ ਦੇਖ ਸਕਦੇ ਹਾਂ, ਕਹਿ ਸਕਦੇ ਉਸ ਵੇਲੇ ਇਹ ਹੋਣਾ ਚਾਹੀਦਾ ਸੀ, ਇਹ ਹੋਣਾ ਚਾਹੀਦਾ ਸੀ, ਵੀ ਪਾਸ ਜਜਮੈਂਟਸ। ਲੇਕਿਨ ਉੱਥੋਂ ਦੇ ਕੀ ਹਾਲਾਤ ਸੀ, ਉਹ ਉਸ ਵਕਤ ਦੇ ਹਾਲਾਤ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ। ਸਾਨੂੰ ਸਰਫੇਸ ਨੌਲੇਜ ਹੈਗੀ ਹੈ। ਰਿਐਲਿਟੀ ਇਹ ਹੈ, ਜਿਸ ਤਰ੍ਹਾਂ ਡਾਕਟਰ ਵਾਸੂ ਜੀ ਨੇ ਕਿਹਾ ਹੈ ਕਿ ਸਾਰਾ ਪੰਜਾਬ ਹੀ ਗੜਬੜ ਵਿੱਚ ਸੀ, ਯਾਨੀ ਬਹੁਤ ਹੀ ਸਟੇਟ ਆਫ ਫਲਕਸ। ਕੋਈ ਕਿਤੇ ਰਾਜ ਕਰ ਰਿਹਾ, ਕੋਈ ਪੁਰਾਣਾ ਕਿਤੇ ਰਾਜ ਕਰ ਰਿਹਾ ਹੈ, ਕਿਤੇ ਕੋਈ ਮੁਸਲਮਾਨ ਦਾ ਰਾਜ ਸੀ, ਕਿਤੇ ਅਬਦਾਲੀ ਦਾ ਕੋਈ ਹਿੱਸਾ ਸੀਗਾ। ਅਬਦਾਲੀ ਵੀ ਪਹਿਲਾਂ 1761 ਵਿੱਚ ਆਇਆ ਸੀ, ਬੜੀ ਤਬਾਹੀ ਕੀਤੀ ਸੀ ਉਸ ਵੇਲੇ। ਉਸ ਤੋਂ ਬਾਅਦ ਫਿਰ ਨਹੀਂ ਆਇਆ। ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਉਹ ਜ਼ਮਾਨ ਖਾਨ ਆਇਆ। ਸੋ ਦੂਜੇ ਪਾਸੇ ਭਾਵੇਂ ਸਰਦਾਰ ਸਿੱਖ ਰਿਲੀਜਨ ਇੱਕ ਹੁੰਦਾ ਹੈ, ਇੱਕ ਦੂਸਰੀ ਚੀਜ਼ ਹੈ ਜਦੋਂ ਰਾਜਨੀਤੀ। ਰਾਜਨੀਤੀ ਨਹੀਂ ਕਹਿਣਾ ਚਾਹੀਦਾ। ਉਸ ਵੇਲੇ ਹਰ ਆਦਮੀ ਕੋਸ਼ਿਸ਼ ਕਰ ਰਿਹਾ ਸੀ ਵੀ ਸਾਡਾ ਕੁਝ ਬਣ ਜਾਵੇ, ਕਿਉਂਕਿ ਮਿਸਲਾਂ ਬਣ ਚੁੱਕੀਆਂ ਸੀ। ਹਰ ਇੱਕ ਮਿਸਲ ਦਾ ਇੱਕ ਕੋਸ਼ਿਸ਼ ਸੀ, ਇਹ ਨਹੀਂ ਸੀ ਕਿ ਦੂਸਰੇ ਦੇ ਖਿਲਾਫ ਸੀਗੇ। ਐਵਰੀਬਡੀ ਵਾਂਟਡ ਟੂ ਕੰਟਰੋਲ ਸਮਥਿੰਗ rather than letting others, either Mughals or Pathans, come over and take over, because everybody was struggling to ward these people off. So ਇਹ ਕੋਈ ਅਜੀਬ ਗੱਲ ਨਹੀਂ ਹੈ ਕਿ ਸਾਰੀਆਂ ਡਿਫਰੈਂਟ ਮਿਸਲਾਂ ਆਪਣੇ ਆਪ ਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਊਟਰਾਈਟ ਕਿਸੇ ਨਾਲ ਵੀ ਲੜਾਈਆਂ ਨਹੀਂ ਕੀਤੀਆਂ, unless he had to। ਛੋਟੇ ਜਿਹੜੇ ਸੀ ਉਹ ਆਪਣੇ ਆਪ ਉਹਨਾਂ ਨੂੰ ਮਨਾ ਕੇ ਉਹਨਾਂ ਨੇ ਆਪਣੇ ਆਪ ਕਰ ਲਿਆ। ਤੇ ਇੱਕ ਥਾਂ ਲੜਾਈ ਹੋਈ ਤਾਂ ਉਹ, ਹਾਲਾਂਕਿ ਉਹਨਾਂ ਦੇ ਸੋ-ਕਾਲਡ ਸਹੁਰਾ ਸਾਹਿਬ ਦੀ ਡੈਥ ਹੋ ਗਈ ਸੀ ਉਸ ਲੜਾਈ ਦੇ ਵਿੱਚ। ਰਣਜੀਤ ਸਿੰਘ ਨੇ ਉਹਨਾਂ ਨੂੰ ਮਾਰਿਆ ਸੀ, ਲੇਕਿਨ ਫਿਰ ਉਹਨਾਂ ਨੇ ਉਹ ਲੜਕੀ ਦੀ ਸ਼ਾਦੀ ਕਰ ਲਈ।
ਤਾਂ ਉਹਨਾਂ ਨਾਲ ਮਿਲਾ ਲਿਆ। ਸੋ ਜਿਸ ਤਰ੍ਹਾਂ ਸੋ ਇਹ ਉਸ ਵਕਤ ਦੇ ਹਾਲਾਤ ਦੇ ਹਿਸਾਬ ਜੋ ਹੀ ਹੈ ਬੈਸਟ ਜਜਮੈਂਟ। ਸਭ ਤੋਂ ਜ਼ਿਆਦਾ ਚੀਜ਼ ਇਹ ਹੈ ਕਿ ਉਹਨਾਂ ਨੇ ਬੜਾ ਇੱਕ ਸੂਝ-ਬੂਝ ਦਿਖਾਈ, ਰਾਜਨੀਤੀ ਸੂਝ-ਬੂਝ ਦਿਖਾਈ। ਔਰ ਜਿਸ ਤਰ੍ਹਾਂ ਕਿਹਾ ਗਿਆ ਕਿ ਮੁਸਲਮਾਨ ਲੋਕਾਂ ਨੂੰ ਵੀ, ਹਿੰਦੂਆਂ ਨੂੰ ਵੀ ਆਪਣੇ ਸਾਰੇ ਜੋ ਕੈਬਨਿਟ ਬਣਾਈ ਉਹਦੇ ਵਿੱਚ ਉਹਨਾਂ ਨੂੰ ਹਿੱਸਾ ਦਿੱਤਾ ਔਰ ਅਸ਼ੋਰੈਂਸ ਦਿੱਤੀ ਕਿ ਅਸੀਂ ਸਾਰਿਆਂ ਨੂੰ ਇਕੁਅਲ ਮਤਲਬ ਰਿਸਪੈਕਟ ਦੇਵਾਂਗੇ। ਜਿਸ ਤਰ੍ਹਾਂ ਕਿ ਗੋਲਡਨ ਟੈਂਪਲ ਤੇ ਉਹਨਾਂ ਨੇ ਸੋਨਾ ਦਿੱਤਾ, ਉਹਨਾਂ ਹੀ ਸੋਨਾ ਉਹਨਾਂ ਨੇ ਦੁਰਗਿਆਣਾ ਮੰਦਿਰ ਨੂੰ ਦਿੱਤਾ ਸੀ। ਦੂਸਰੇ ਮੰਦਿਰਾਂ ਨੂੰ ਦੁਰਗਿਆਣਾ ਨਹੀਂ ਹੁੰਦਾ ਸੀ ਉਸ ਵਕਤ, ਜੋ ਵੀ ਸੀ ਮੰਦਿਰ ਸੀਗਾ, ਜੋ ਵਿਸ਼ਵਨਾਥ ਮੰਦਿਰ ਸੀਗਾ ਬਨਾਰਸ ਦੇ ਵਿੱਚ, ਉੱਥੇ ਉਹਨਾਂ ਨੇ ਵੀ ਸੋਨਾ ਦਿੱਤਾ। ਸੋ ਭਾਵ ਸੀ ਕਿ ਮੰਦਿਰ ਜੇ ਟੁੱਟੇ ਸਨ ਉਹਨਾਂ ਨੂੰ ਬਣਵਾ ਦਿੱਤਾ। ਸੋ he tried to get all the people to kind of care for him। ਜਿਸ ਤਰ੍ਹਾਂ ਦੱਸਿਆ ਗਿਆ ਆਪ ਜੀ ਨੇ ਕਿ ਲਾਹੌਰ ਦੇ ਲੋਕਾਂ ਨੇ ਕਿਹਾ ਰਣਜੀਤ ਸਿੰਘ ਨੂੰ ਇਨਵਾਈਟ ਕੀਤਾ ਕਿ ਪਲੀਜ਼ ਸਾਡੇ ਕੋਲ ਆਓ, ਅਸੀਂ ਤੰਗ ਪੈ ਗਏ ਇਹਨਾਂ ਜੋ ਭੰਗੀ ਸਰਦਾਰਾਂ ਤੋਂ। ਸੋ ਲੁੱਟਮਾਰ ਕਰਦੇ ਸੀਗੇ, ਸ਼ਰਾਬ ਕਰਦੇ ਸੀਗੇ। They were not for the people. So Maharaj Ranjit Singh wanted to endear himself so that he becomes there's no doubt about it कि भाई he was he was smart। Maharaj Ranjit Singh ਦੂਰਦੇਸ਼ੀ ਸੀ, ਜਿਸ ਕਰਕੇ ਉਹਨਾਂ ਨੇ ਇਹ ਸਾਰੀ ਸਿਚੁਏਸ਼ਨ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆਂਦਾ। Let me ask you one more thing। ਜਿਸ ਤਰ੍ਹਾਂ ਕਿ ਖੁਸ਼ਵੰਤ ਸਿੰਘ ਜੀ ਨੇ ਲਿਖੀ ਹੈ ਫਾਲ ਆਫ ਸਿੱਖ ਐਮਪਾਇਰ, ਉਹਦੇ ਵਿੱਚ ਦੱਸਿਆ ਉਹਨਾਂ ਨੇ ਕਿ ਮੇਰੀ ਬੈਟਰੀ ਲੋ ਹੋ ਗਈ, ਚਲੋ ਖੈਰ, ਉਹਨਾਂ ਨੇ ਦੱਸਿਆ ਸੀ ਕਿ ਜੋ ਗੁਲਾਬ ਸਿੰਘ ਡੋਗਰਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਸਾਰੀ ਟ੍ਰੈਜਰੀ ਚੋਰੀ ਕਰਕੇ ਭੱਜ ਗਿਆ ਸੀ ਫਿਰ ਜੰਮੂ ਵਾਲੇ ਪਾਸੇ। ਤਾਂ ਫਿਰ ਜਾ ਕੇ ਸਰਦਾਰ ਪਿੱਛੇ ਗਏ ਸੀ, ਹਮਲਾ ਕੀਤਾ ਸੀ, ਉਹਨਾਂ ਨੂੰ ਫੜ ਤਾਂ ਲਿਆ ਸੀ ਉਹਨੂੰ। ਲੇਕਿਨ ਕੁਐਸਚਨ ਹੈ ਵੀ ਇਹਨਾਂ ਪੋਲਿਟਿਕਸ ਦੇ ਵਿੱਚ ਕੋਈ ਯਾਰੀਆਂ ਨਹੀਂ ਹੁੰਦੀਆਂ। ਰਿਲੀਜਨ ਇਜ਼ ਆਲਵੇਜ਼ ਸੈਕੰਡਰੀ, ਮੇਨ ਥਿੰਗ ਇਜ਼ ਪਾਵਰ। Thank you, Hani. Pavan, you like to add something here from your understanding? Pavan, are you there? चलो अच्छा, फिर ਅਸੀਂ ਇਹ ਹੋ ਗਿਆ in general view। ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹਨਾ, ਪਲੀਜ਼ ਫੋਕਸ ਕੁਐਸਚਨ ਨਾਓ, ਕਿ ਮਹਾਰਾਜਾ ਰਣਜੀਤ ਸਿੰਘ ਨੇ ਠੀਕ ਹੈ ਹਿੰਦੂਆਂ ਨੂੰ ਵੀ ਪੋਜੀਸ਼ਨ ਦਿੱਤੀਆਂ, ਮੁਸਲਮਾਨਾਂ ਨੂੰ ਵੀ ਦਿੱਤੀਆਂ ਟੂ ਕ੍ਰੀਏਟ ਅ ਬੈਲੈਂਸ, ਪਰ ਜਿੱਥੋਂ ਤੱਕ ਸਿਵਲ ਸਰਵਿਸ ਦਾ ਤਾਲੁਕ ਸੀ ਉਹਦੇ ਵਿੱਚ ਆਈ ਡੋਂਟ ਰਿਮੈਂਬਰ ਕੋਈ ਜਿਹੜੇ ਮਤਲਬ ਸਿੱਖ ਜਿਹੜੇ ਸੀਗੇ ਉਹਨਾਂ ਦਾ ਕੋਈ ਖਾਸ ਰੋਲ ਸੀਗਾ, ਐਕਸੈਪਟ ਕਿ ਵੀ ਗਵਰਨਰ ਬਣ ਗਏ ਜਾਂ ਉਹ ਜੇ ਮਹਾਰਾਜਾ ਹਰੀ ਸਿੰਘ ਨਲੂਆ ਜਾਂ ਉਹ ਸੀਗੇ ਆਰਮੀ ਦੇ ਵਿੱਚ ਮੇਨਲੀ। ਇਜ਼ ਦੇयर ਐਨੀ ਰੀਜ਼ਨ, ਐਨੀ ਸਪੈਕੂਲੇਸ਼ਨ ਕਿ ਉਹਨਾਂ ਨੂੰ ਸਿਵਲ ਸਰਵਿਸ ਕਿਉਂ ਨਹੀਂ ਇਨਵੋਲਵ ਕੀਤਾ ਐਟ ਅ ਲੈਵਲ ਕਿ ਉਹਨਾਂ ਦੀ ਸਿਰਫ ਮਿਲਟਰੀ ਟ੍ਰੇਨਿੰਗ ਹੀ ਨਾ ਰਹਿੰਦੀ, ਨਾਲ ਜਿਹੜੀ ਸਿਆਸਤ ਦੀ ਟ੍ਰੇਨਿੰਗ ਵੀ ਹੁੰਦੀ। ਡਾਕਟਰ ਵਾਸੂ, ਕੀ ਵਿਚਾਰ ਹੈ ਬਾਬਾ ਤੁਹਾਡਾ? ਠੀਕ ਹੈ ਤੁਹਾਡੀ ਗੱਲ, ਬਈ ਜਿਹੜੀ ਸਿਵਲ ਸਰਵਿਸਿਜ਼ ਨੇ ਜਾਂ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਕੁਝ ਸਿੱਖਾਂ ਨੂੰ ਜ਼ਿਆਦਾ ਇਨਵੋਲਵ ਨਹੀਂ ਕੀਤਾ ਗਿਆ। ਸਿੱਖ ਆਫੀਸ਼ੀਅਲ ਘੱਟ ਸਨ, ਕਿਉਂਕਿ ਉਹ ਜਿਸ ਤਰ੍ਹਾਂ ਫਕੀਰ ਅਜ਼ੀਜ਼ੁਦੀਨ ਹੈ ਜਾਂ ਹੋਰ ਇਸ ਤਰ੍ਹਾਂ ਦੇ ਦੂਜੀਆਂ ਧਰਮਾਂ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੂੰ ਬੜੀ ਮਾਨਤਾ ਦਿੱਤੀ ਗਈ ਹੈ। ਇਹ ਪੱਖ ਜਿਹੜਾ ਹੈ ਜ਼ਿਆਦਾ ਵਿਚਾਰ ਹੈ, ਮੈਂ ਕੋਈ ਜ਼ਿਆਦਾ ਇਸ ਤੇ ਸਟੱਡੀ ਨਹੀਂ ਕੀਤੀ, ਸਿਰਫ ਇਹ ਪਤਾ ਲੱਗਦਾ ਕਿ ਉਹਦੇ ਦਿਲ ਵਿੱਚ ਧਾਰਮਿਕ ਤੌਰ ਤੇ ਕੋਈ ਵਿਤਕਰੇ ਦੀ ਗੱਲ ਨਹੀਂ ਸੀ। ਉਹ ਯੋਗਤਾ ਨੂੰ ਅੱਗੇ ਲਿਆਉਂਦੇ ਸਨ, ਤੇ ਯੋਗਤਾ ਜਿਹੜੀ ਹੈ ਉਹ ਜਿੱਥੇ ਵੀ ਹੁੰਦੀ ਸੀ, ਜਿਹੜੇ ਧਰਮ ਵਿੱਚ ਹੁੰਦੀ ਸੀ, ਉਹ ਯੋਗਤਾ ਨੂੰ ਅੱਗੇ ਰੱਖ ਲੈਂਦੇ ਸਨ। ਫਕੀਰ ਅਜ਼ੀਜ਼ੁਦੀਨ ਨਾਲ ਤੇ ਉਹਨਾਂ ਦਾ ਇੰਨਾ ਸਨੇਹ ਸੀ ਕਿ ਉਹ ਹਰ ਜਗ੍ਹਾ ਤੇ ਈਵਨ ਜਿਹੜੀ ਉਹ ਤਾਂ ਗੱਲ ਠੀਕ ਹੈ, ਉਹ ਤਾਂ ਗੱਲ ਠੀਕ ਹੈ ਜੀ ਤੁਹਾਡੀ। ਮਾਈ ਪੁਆਇੰਟ ਇਜ਼ ਅਗੇਨ ਬੈਕ ਟੂ ਕਿ ਉਹ ਜਿਹੜਾ ਫਿਰ ਸਿੱਖਾਂ ਦੀ ਜਿਹੜੀ ਟ੍ਰੇਨਿੰਗ ਆ ਇਸ ਪਾਸੇ ਤੇ ਜੇ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਸੀ, ਫਿਊਚਰ ਦੇ ਵਿੱਚ ਕੀ ਹੋਣਾ ਸੀਗਾ। ਮੈਰਿਟ ਤਾਂ ਜ਼ਰੂਰੀ ਹੈ, ਤੇ ਕੋਈ ਸ਼ੱਕ ਨਹੀਂ, ਪਰ ਫਿਰ ਵੀ ਤਾਂ ਟ੍ਰੇਨਿੰਗ ਅਸੀਂ ਆਪ ਹੀ ਦੇਣੀ ਹੈ ਨਾ ਸਾਡੇ ਲੋਕਾਂ ਨੂੰ। ਉਹਨਾਂ ਦੇ ਮੈਂ ਕਾਫੀ ਡਿਸਕਸ ਨਹੀਂ ਹੋਇਆ। ਇਹ ਜਿਹੜਾ ਤੁਸੀਂ ਸਵਾਲ ਉਠਾਇਆ ਬਹੁਤ ਕੰਮ ਦਾ ਸਵਾਲ ਹੈ, ਪਰ ਜਿੰਨਾ ਵੀ ਮੈਂ ਪੜ੍ਹਿਆ ਮਹਾਰਾਜਾ ਰਣਜੀਤ ਸਿੰਘ ਬਾਰੇ, ਉਹਦੇ 'ਚ ਪੁਆਇੰਟ ਕਿਤੇ ਆਇਆ ਨਹੀਂ ਹੈ। ਅੱਛਾ ਚਲੋ ਕੋਈ ਨਹੀਂ, ਆਲ ਕਮ ਬੈਕ ਟੂ ਯੂ। ਯਾਨੀ ਸੁੱਚਾ ਸਿੰਘ ਜੀ, ਤੁਹਾਡਾ ਕੀ ਵਿਚਾਰ ਇਸ ਬਾਬਤ? ਹਾਂਜੀ ਦੇਖੋ, ਅਹਿਮ ਸਵਾਲ ਹੈ ਜੀ ਇਹ, ਪਰ ਇੱਕ ਚੀਜ਼ ਹੈਗੀ ਸਾਨੂੰ ਧਿਆਨ 'ਚ ਰੱਖਣੀ ਪੈਣੀ ਹੈ ਕਿ ਸਿੱਖਾਂ ਦੀ ਜਿਹੜੀ ਟ੍ਰੇਨਿੰਗ ਹੈ ਨਾ ਜੀ, ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਲੋੜ ਦੇ ਮੁਤਾਬਕ ਜਿਹੜੀ ਹੈ ਉਹ ਰਹੀ ਹੈ ਜੰਗ ਯੁੱਧਾਂ ਵਾਲੀ ਟ੍ਰੇਨਿੰਗ, ਕਿਉਂਕਿ ਲੋੜ ਜਿਹੜੀ ਸੀ
ਨਾ ਸਰਵਾਈਵਲ ਦੀ ਜਦੋਂ ਸਵਾਲ ਹੁੰਦਾ ਨਾ, ਉਸ ਵੇਲੇ ਹਥਿਆਰ ਹੀ ਜਿਹੜਾ ਹਰ ਇੱਕ ਨੂੰ ਸਿਖਾਇਆ ਜਾਂਦਾ ਚੁੱਕਣਾ ਪਹਿਲਾਂ। ਤੇ ਉਹੀ ਜਿਹੜਾ ਸਮਾਂ ਚੱਲਦਾ ਆਉਂਦਾ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਆਉਂਦੇ ਆ ਜਾਂ ਮੁਸਲਮਾਨਾਂ ਦੇ ਵਿਰੁੱਧ ਲੜਦੇ ਆਉਂਦੇ ਆ। ਇਸ ਵਾਸਤੇ ਮੈਂ ਕਹਿ ਸਕਦਾ, ਨਾਲੇ ਇਹ ਸੋਚ ਹੈ ਜੀ ਇੱਕ ਗੱਲ ਕਿ ਕਿੰਨੀ ਕੁ ਦਰੁਸਤ ਹੈਗੀ ਆ ਉਹਦੇ ਬਾਰੇ ਤੇ ਨਹੀਂ ਕਿਹਾ ਜਾ ਸਕਦਾ ਵੀ, ਜਾਣੀ ਜੇ ਇਹਨਾਂ ਦੀ ਟ੍ਰੇਨਿੰਗ ਹੀ ਜਿਹੜੀ ਲੜਾਈ ਦੀ ਜਾਂ ਜੁਝਾਰੂਵਾਦ ਦੀ ਸੀ ਤੇ ਇਹਨਾਂ ਦੀ ਦੂਸਰੀ ਤਰ੍ਹਾਂ ਦੀ ਟ੍ਰੇਨਿੰਗ ਘੱਟ ਹੋਏਗੀ ਸਿੱਖਾਂ ਦੀ, ਤੇ ਸ਼ਾਇਦ ਇਸ ਵਾਸਤੇ ਜਿਹੜੇ ਬਾਹਰੋਂ ਜਿਹੜੇ ਲੋਕ ਉਹਨਾਂ ਨੂੰ ਲੈਣੇ ਪੈਂਦੇ ਸੀਗੇ। ਤੇ ਲੇਕਿਨ ਜਿਹੜਾ ਜਿੰਨੇ ਵੀ ਸਿੱਖ ਜਿਹੜੇ ਜਰਨੈਲ ਹੋਏ ਆ ਉਹਨਾਂ ਨੂੰ ਵੀ ਪੂਰਾ ਮਾਨ ਸਨਮਾਨ ਉਹਨਾਂ ਨੂੰ ਵੀ ਦਿੱਤਾ ਗਿਆ। ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਇਹ ਹੁੰਦੀਆਂ ਜੀ ਕਿ ਉਹਨਾਂ ਦਾ ਰਾਜ ਤੇ ਸਾਰਾ 40 ਸਾਲ ਰਿਹਾ ਨਾ ਜੀ ਆਫਟਰ ਆਲ। ਤੋਂ 40 ਸਾਲ ਦੇ ਰਾਜ ਦੇ ਵਿੱਚ ਪਹਿਲਾਂ ਦੇਖੋ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਐਸਟੈਬਲਿਸ਼ ਹੋਇਆ ਰਾਜ ਹੈ, ਜੇ ਮੁਸਲਮਾਨਾਂ ਦਾ ਰਾਜ ਸੀ, ਉਹ ਤੇ ਤਕਰੀਬਨ 800 ਸਾਲ ਰਹੇ ਹਿੰਦੁਸਤਾਨ ਦੇ ਵਿੱਚ ਬੜੇ, ਠੀਕ ਹੈ ਜੀ। ਤਾਂ ਉਹਨਾਂ ਨੇ ਜਿਹੜਾ ਸਿਸਟਮ ਚਲਾ ਦਿੱਤਾ ਸੀ, ਜਿਹੜੀ ਭਾਸ਼ਾ ਉੱਥੇ ਦੀ ਚੱਲ ਪਈ ਸੀ, ਉਹਨੂੰ ਹਰ ਇੱਕ ਚੀਜ਼ ਨੂੰ ਤਬਦੀਲ ਕਰਨਾ ਜਿਹੜਾ ਨਾ ਜੀ ਬਹੁਤ ਮੁਸ਼ਕਿਲ ਹੁੰਦਾ, ਤੇ ਹਰ ਪਾਸੇ ਇੱਕ ਬੰਦਾ ਸੋਚ ਵੀ ਨਹੀਂ ਸਕਦਾ। ਹੁਣ ਇੱਥੇ ਇੱਕ ਚੀਜ਼ ਧਿਆਨ ਚ ਦੇਖੋ ਕਿ ਹਿੰਦੁਸਤਾਨ ਆਜ਼ਾਦ ਹੋਏ ਨੂੰ ਹੁਣ ਦੇਖੋ ਕਿੰਨੀ ਦੇਰ ਹੋ ਚੁੱਕੀ ਹੈ, 1947 ਤੋਂ ਲੈ ਕੇ ਹੁਣ ਤੱਕ, ਲੇਕਿਨ ਉੱਥੇ ਕਾਨੂੰਨ ਦੀਆਂ ਕਿਤਾਬਾਂ ਹੁਣ ਵੀ ਉਹੀ ਹੈ। ਸਾਡੀ ਕੋਰਟ ਦੀ ਲੈਂਗੁਏਜ ਦੇਖੋ, ਉਹਦੇ ਵਿੱਚ ਪਰਸ਼ੀਅਨ ਦੇ ਲਫ਼ਜ਼, ਉਹਦੇ ਵਿੱਚ ਅਰੈਬਿਕ ਦੇ ਲਫ਼ਜ਼ ਹਾਲੇ ਵੀ ਉਸੇ ਤਰ੍ਹਾਂ ਯੂਜ਼ ਹੁੰਦੇ ਹੈ, ਠੀਕ ਹੈ ਜੀ, ਸਾਰੇ ਉਸੇ ਤਰ੍ਹਾਂ ਯੂਜ਼ ਹੋ ਰਹੇ ਨਾ ਜੀ। ਤਾਂ ਉਹ ਹਾਲੇ ਤੱਕ ਵੀ ਚੇਂਜ ਨਹੀਂ ਹੋਇਆ। ਉਹ ਤਾਂ ਗੱਲ ਮੈਂ ਤੁਹਾਡੀ ਯਾਨੀ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ, ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵੀ ਜਿਹੜੇ ਲੋੜ ਅਨੁਸਾਰ ਜੇ ਕਿਸੇ ਚੀਜ਼ ਨੂੰ ਅਸੀਂ ਲਾਸਟ ਕਰਨਾ ਹੈਗਾ ਤਾਂ ਉਹਦੇ ਲਈ ਸਾਨੂੰ ਕੋਈ ਇੰਤਜ਼ਾਮ ਤਾਂ ਕਰਨਾ ਪੈਂਦਾ ਹੀ ਹੈ ਨਾ। ਜੇ ਅਸੀਂ ਇਸ ਗੱਲ ਨੂੰ ਰਹੀਏ ਤੇ ਫਿਰ ਨੈਚੁਰਲੀ ਉਹਦੀ ਡੈਥ ਤੋਂ ਬਾਅਦ ਜਿਹੜਾ ਕਿਆਸ ਹੁੰਦਾ ਉਹਦੇ ਵਿੱਚ ਸਾਡੇ ਪੋਲੀਟੀਕਲੀ ਸ਼ਰੂਟ ਕੋਈ ਬੰਦੇ ਹੈ ਨਹੀਂ ਤੇ ਉਹਨਾਂ ਨੇ ਆਪਣੇ ਆਪ ਮਾਰ ਖਾ ਜਾਣੀ ਹੈ ਜੀ। ਤੇ ਇਹਦੇ ਲਈ ਜਿਹੜੀ ਉਹ ਤਿਆਰੀ ਕੋਈ ਕਿਸੇ ਲੈਵਲ ਤੇ ਥੋੜੀ ਬਹੁਤ ਦੀ ਗਾਂ ਫਿਰ ਵੱਧਦੀ ਰਹਿੰਦੀ ਹੈ, ਕਰਨ ਦੀ ਜ਼ਰੂਰਤ ਹੈ। ਤੇ ਆਈ ਵੰਡਰ ਕਿ ਬਈ ਇਹ ਏਰੀਆ ਜਿਹੜਾ ਅਸੀਂ ਵੀ ਹੈਵ ਨਾਟ ਐਕਸਪਲੋਰਡ, ਕਿ ਹੋ ਸਕਦਾ ਕੀਤੀ ਵੀ ਹੋਵੇ ਉੱਥੇ। ਜਿਵੇਂ ਹੁਣ ਅੰਗਰੇਜ਼ ਲੋਕ ਸੀਗੇ, ਉਹਨਾਂ ਦੇ ਸਪੈਸ਼ਲ ਸਕੂਲ ਬਣਾਏ ਹੋਏ ਸੀ ਜਿਹੜੇ ਲੋਕਾਂ ਨੂੰ ਗਾਂ ਐਡਮਿਨਿਸਟ੍ਰੇਸ਼ਨ ਲੈ ਕੇ ਜਾਣਾ ਸੀ ਉਹਨਾਂ ਦੀ ਟ੍ਰੇਨਿੰਗ ਦੇ ਲਈ। ਉੱਥੇ ਰਾਜਿਆਂ ਮਹਾਰਾਜਿਆਂ ਦੇ ਪੁੱਤਰ ਲੜਕੇ ਲੜਕੀਆਂ ਜਾਂਦੇ ਸੀ, ਜਾਂ ਹੋਰ ਜਿਹੜੇ ਉਹਨਾਂ ਦੇ ਆਫਿਸਰਸ ਵਗੈਰਾ। ਇਸੇ ਤਰ੍ਹਾਂ ਕੋਈ ਨਾ ਕੋਈ ਸਕੂਲ ਜਾਂ ਕੋਈ ਨਾ ਕੋਈ ਸਿਸਟਮ ਹੋਏਗਾ ਤਾਂ ਸਹੀ, ਜਿਹੜੇ ਜਿੱਥੇ ਟ੍ਰੇਨਿੰਗ ਹੋਵੇ ਅਗਾਂਹ। ਹਾਂਜੀ, ਇਹਦੇ ਬਾਰੇ ਦੇਖੋ ਜੀ ਇਸ ਤਰ੍ਹਾਂ ਹੈਗਾ ਕਿ ਇਹਦੇ ਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਦੀ ਜਿਹੜੀ ਹੈ ਨਾ ਜੀ ਵਿਦਿਆ ਜਾਂ ਇਹਦਾ ਐਸਟੈਬਲਿਸ਼ ਹੋਣਾ, ਉਹਦੀ ਸਾਨੂੰ ਘਾਟ ਦਿਸੇਗੀ। ਲੇਕਿਨ ਦੂਜੇ ਪਾਸੇ ਇੱਕ ਚੀਜ਼ ਇਹ ਦੇਖੋ ਕਿ ਜਿਹੜੀਆਂ ਅੰਗਰੇਜ਼ਾਂ ਦੀਆਂ ਲਿਖੀਆਂ ਕਿਤਾਬਾਂ ਉਹਨਾਂ ਦੇ ਵਿੱਚ ਲੱਭਦਾ ਕਿ ਉਸ ਵੇਲੇ ਲਿਟਰੇਰੀ ਜਿਹੜਾ ਨਾ ਖਿਆਲ ਸੀ ਲੋਕਾਂ ਦਾ, ਜਿਹੜਾ ਲਿਟਰੇਰੀ ਲੈਵਲ ਸੀ ਜਿਹੜਾ ਲੋਕਾਂ ਦਾ, ਉਹ ਬੜਾ ਹਾਈ ਸੀਗਾ। ਉਹਦਾ ਕੀ ਰੀਜ਼ਨ ਕੀ ਸੀਗਾ ਕਿ ਉਸ ਵੇਲੇ ਦਾ ਜਿਹੜਾ ਪੁਰਾਣਾ ਚੱਲਿਆ ਆਉਂਦਾ ਸਿਸਟਮ ਸੀ ਐਜੂਕੇਸ਼ਨ ਦਾ ਹਿੰਦੁਸਤਾਨ ਦੇ ਵਿੱਚ, ਅੰਗਰੇਜ਼ਾਂ ਨੂੰ ਛੱਡ ਦਿਓ, ਹਿੰਦੁਸਤਾਨ ਦੇ ਵਿੱਚ ਸਿਸਟਮ ਸੀ। ਮੰਦਿਰ ਦੇ ਵਿੱਚ ਪੜ੍ਹਾਇਆ ਜਾਂਦਾ ਸੀ, ਗੁਰਦੁਆਰੇ ਦੇ ਵਿੱਚ ਸਿੱਖਾਂ ਨੂੰ ਪੜ੍ਹਾਇਆ ਜਾਂਦਾ ਸੀ, ਮਦਰਸੇ ਦੇ ਵਿੱਚ ਮੁਸਲਮਾਨਾਂ ਨੂੰ ਪੜ੍ਹਾਇਆ ਜਾਂਦਾ ਸੀ, ਠੀਕ ਹੈ ਜੀ। ਇਹੋ ਹੀ ਸਿਸਟਮ ਸੀ ਨਾ ਉਸ ਵੇਲੇ ਟੀਚਿੰਗ ਦਾ। ਤੇ ਉਸ ਵੇਲੇ ਇਹ ਕਿਹਾ ਜਾਂਦਾ ਕਿ 8000 ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਪਰ ਮਦਰਸੇ, ਸਕੂਲ ਤੇ ਮੰਦਿਰ ਦੀਆਂ ਸ਼ਕਲਾਂ ਦੇ ਵਿੱਚ ਸਕੂਲ ਖੁੱਲੇ ਸੀ। ਹਰ ਇੱਕ ਸਕੂਲ ਜਿੱਥੇ ਵੀ ਖੁੱਲਦਾ, ਮਦਰਸਾ ਖੁੱਲਦਾ ਸੀ ਜਾਂ ਗੁਰਦੁਆਰਾ ਨਵਾਂ ਖੁੱਲਦਾ ਸੀ, ਉੱਥੇ ਇਹ ਜ਼ਰੂਰੀ ਇਹ ਹੁੰਦਾ ਸੀਗਾ ਕਿ ਉੱਥੇ ਜਿਹੜਾ ਨਾਲ ਸਕੂਲ ਖੁੱਲੇ, ਕਿਉਂਕਿ ਟ੍ਰੇਨਿੰਗ ਜਾਂ ਐਜੂਕੇਸ਼ਨ ਦੇ ਸਾਧਨ ਜਾਂ ਸਕੂਲ ਉਸ ਵੇਲੇ ਇਹੋ ਹੀ ਸੀਗੇ ਤੇ ਉਹ ਹੈਗੇ ਸੀਗੇ। ਦੂਜੇ ਪਾਸੇ ਉਹ ਠੀਕ ਹੈ ਕਿ ਜੀ ਹਾਈ ਲੈਵਲ ਤੇ ਅੰਗਰੇਜ਼ਾਂ ਵਾਂਗ ਅਸੀਂ ਸਕੂਲ ਕਾਲਜ ਉਸ ਵੇਲੇ ਨਹੀਂ ਖੁੱਲ ਸਕੇ, ਉਹ ਤੇ ਬਾਅਦ ਦੇ ਵਿੱਚ ਹੀ ਆਉਣੇ ਸੀ ਨਾ। ਤੇ ਇਹਦੇ ਬਾਅਦ ਕੋਈ ਸ਼ੱਕ ਨਹੀਂ ਕਿ ਲਿਟਰੇਰੀ ਲੈਵਲ ਉਸ ਵੇਲੇ ਕਾਫੀ ਹਾਈ ਸੀਗਾ। ਇਸ ਪਾਸੇ ਦੀ ਜਿਹੜੀ ਟ੍ਰੇਨਿੰਗ ਨਹੀਂ ਹੋ ਸਕੀ ਜਾਂ ਹੋਈ ਵੀ ਹੋਏਗੀ, ਲੇਕਿਨ ਜਿਹੜੇ ਅਸੀਂ ਇਸ ਚੀਜ਼ ਨੂੰ ਮਾਪਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਡਿੱਗ ਜਾਣ ਤੋਂ, ਠੀਕ ਹੈ ਨਾ ਜੀ, ਸੋ ਉਹਦੇ ਡਰਾਬੈਕ ਤੋਂ ਅਸੀਂ ਇਹਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਹ ਮੈਂ ਉਹੀ ਕਹਿ ਰਿਹਾ ਕਿ 40 ਸਾਲ ਦੇ ਸਮੇਂ ਦੇ ਵਿੱਚ ਕਈ ਪਾਸਿਆਂ ਵੱਲ ਧਿਆਨ ਗਿਆ, ਕਈ ਪਾਸਿਆਂ ਦੇ ਨਾਲ ਲੜਾਈਆਂ ਲੜ ਕੇ ਇੰਨਾ ਵੱਡਾ ਐਮਪਾਇਰ ਖੜਾ ਕੀਤਾ ਗਿਆ ਸੀ। ਉਹਦੇ ਵਿੱਚ ਜ਼ਰੂਰੀ ਨਹੀਂ ਕਿ ਹਰ ਇੱਕ ਆਸਪੈਕਟ ਤੇ ਉਸ ਵੇਲੇ ਧਿਆਨ ਦਿੱਤਾ ਜਾ ਸਕਦਾ, ਪੋਸੀਬਲ ਵੀ ਨਹੀਂ ਹੁੰਦਾ ਵੈਸੇ। ਤੇ ਇਹ ਮੇਰਾ ਖਿਆਲ ਹੈ। ਅੱਛਾ, ਤੁਸੀਂ ਇਹ ਦੱਸੋ ਇਹਦੇ ਵਿੱਚ ਕੀ ਵਿਚਾਰ ਹੈ ਤੁਹਾਡਾ? ਜਿਹੜੇ ਸੀਗੇ ਭਾਈ ਲਹਿਣਾ ਸਿੰਘ ਸੀਗਾ ਜਿਹੜਾ ਕਿ ਉਹਨਾਂ ਦਾ ਸਾਇੰਟਿਸਟ ਸੀਗਾ, ਜਿਹੜਾ ਕਿ ਮੈਥਮੈਟਿਕਸ ਵਗੈਰਾ ਜਾਂ ਹੋਰ ਇਹਨਾਂ ਦੇ ਵਿੱਚ
ਮੇਨਟੇਨੈਂਸ ਦੇ ਲੋੜ ਸੀ ਜਿਹੜੀਆਂ ਉਹਨਾਂ ਨੂੰ ਮੈਨੇਜ ਕਰਦਾ ਸੀਗਾ ਜੀ। ਇਸੇ ਤਰ੍ਹਾਂ ਹੋਰ ਵੀ ਬੰਦੇ ਹੋਣੇ ਜਿਵੇਂ ਅਸੀਂ ਸਿਕਲੀ ਕਰ ਕਹਿੰਦੇ ਆ ਲੋਕ ਨੇ ਜਿਹੜੇ ਹਥਿਆਰ ਬਣਾਉਂਦੇ ਸੀਗੇ ਉਹਦਾ ਕੋਈ ਤਾਂ ਚੀਜ਼ ਹੋਏਗੀ ਜਿਹੜੀ ਮਹਾਰਾਜ ਦੀ ਸਪਲਾਈ ਆਉਂਦੀ ਹੋਣੀ ਆ ਵਾਰਫੇਅਰ ਦੇ ਲਈ ਇਹਨਾਂ ਚੀਜ਼ਾਂ ਦੇ ਵਿੱਚ। ਦੇਖੋ ਜਿਹੜਾ ਭਾਈ ਲਹਿਣਾ ਸਿੰਘ ਦੀ ਗੱਲ ਕਰਦੇ ਤੁਸੀਂ, ਉਹ ਸਾਇੰਟਿਸਟ ਸੀ ਲੇਕਿਨ ਉਹਨੇ ਜੰਗਾਂ ਯੁੱਧਾਂ ਦਾ ਸਮਾਨ ਜ਼ਿਆਦਾ ਬਣਾਇਆ ਜੋ ਉਹਨੇ ਤੋਪਾਂ ਬਣਾਈਆਂ, ਰਾਈਟ? ਹਾਂਜੀ, ਤਾਂ ਉਸ ਤਰ੍ਹਾਂ ਦਾ ਸਾਇੰਟਿਸਟ ਜਿਹੜਾ ਹੈ ਮੇਰਾ ਖਿਆਲ ਤਾਂ ਅੱਜਕੱਲ ਤੱਕ ਵੀ ਨਹੀਂ ਹੋਇਆ ਹੁਣ ਇੰਨਾ ਵੱਡਾ ਜੀ, ਜਿਹੜਾ ਇੱਕ ਲੱਕੜੀ ਦੀ ਤੋਪ ਬਣਾ ਰਿਹਾ ਤੇ ਇੱਕ ਐਸੀ ਤੋਪ ਬਣਾ ਰਿਹਾ। ਇੱਕ ਵਾਰੀ ਅੰਗਰੇਜ਼ਾਂ ਦੀ ਤੋਪ ਉਹਨੇ ਚੱਲਦੀ ਦੇਖੀ ਸੀ ਤੇ ਉਹ ਹੁੰਦੀ ਸੀ ਨਾ ਡਬਲ ਐਕਸ਼ਨ ਤੋਪ, ਜਿਹੜੀ ਹੁੰਦੀ ਸੀਗੀ ਕਿ ਪਹਿਲਾਂ ਇਹਦੇ ਵਿੱਚ ਜਿਹੜੇ ਬਾਰੂਦ ਭਰ ਕੇ ਚਲਾਉਂਦੇ ਆ ਤੇ ਉਸਦੇ ਅਗਲੇ ਪਾਸੇ ਲੋਹੇ ਦੇ ਟੁਕੜੇ ਭਰਦੇ ਸੀ, ਤਾਂ ਉਹ ਇਧਰੋਂ ਜਿਹੜੇ ਫਾਇਰ ਕਰਦੇ ਆ ਤੇ ਇੱਥੇ ਵੀ ਆਵਾਜ਼ ਕਰਦੀ ਹੈ, ਅਗਾਂਹ ਜਾ ਕੇ ਡਿੱਗਦੀ ਹੈ ਤੇ ਲੋਹੇ ਦੇ ਟੁਕੜੇ ਜਿਹੜੇ ਡਿੱਗਦੇ ਉਹਨਾਂ ਦੇ ਨਾਲ ਨੁਕਸਾਨ ਹੁੰਦਾ ਸੀਗਾ। ਤੇ ਇਹਨਾਂ ਨੇ ਗੋਰਿਆਂ ਦੇ ਕੋਲ ਸਟੀਲ ਦੀਆਂ ਤੋਪਾਂ ਬਣੀਆਂ ਹੋਈਆਂ ਸੀ, 2 ਸੀ ਉਸ ਵੇਲੇ, ਉਹਨਾਂ ਨੇ ਚਲਾ ਕੇ ਦਿਖਾ ਲਈਆਂ ਤੇ ਉਹ ਇੱਧਰ ਵੀ ਆਵਾਜ਼ ਕਰਦੀ ਸੀ, ਜਿੱਥੇ ਡਿੱਗਦੀ ਸੀ ਉੱਥੇ ਜਾ ਕੇ ਵੀ ਬਾਰੂਦ ਫਟਦਾ ਸੀ ਉਹਦਾ। ਤੋਂ ਉਹ ਡਬਲ ਐਕਸ਼ਨ ਬੈਰਲ ਵਾਲੀਆਂ ਸੀਗੀਆਂ। ਤੇ ਉਸ ਬੰਦੇ ਨੂੰ, ਭਾਈ ਲਹਿਣਾ ਸਿੰਘ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ, ਕਹਿੰਦਾ ਕਿੰਨੀਆਂ ਕਮਾਲ ਦੀਆਂ ਤੋਪਾਂ ਤੇ ਸਾਡੇ ਰਾਜ 'ਚ ਨਹੀਂ ਬਣ ਸਕਦੀਆਂ? ਉਹ ਕਹਿੰਦਾ ਜੀ ਇਹਨਾਂ ਨੂੰ ਪੁੱਛੋ ਕਿ ਇੱਕ ਵਾਰੀ ਮੈਨੂੰ ਚਲਾ ਕੇ ਇੱਕ ਵਾਰੀ ਫੇਰ ਦਿਖਾਣ। ਤੇ ਉਹਨਾਂ ਨੇ ਇੱਕ ਵਾਰੀ ਫੇਰ ਚਲਾਈ ਤੇ ਉਹ ਕਹਿੰਦਾ ਜੀ ਕੋਈ ਨਹੀਂ, ਕਹਿੰਦਾ ਤੁਸੀਂ ਲਾਹੌਰ ਪਹੁੰਚੋ, ਤੁਹਾਡੇ ਪਹੁੰਚਣ ਤੋਂ ਪਹਿਲਾਂ ਤੋਪ ਬਣੀ ਪਈ। ਉਹ ਉਸੇ ਵੇਲੇ ਚੱਲ ਪਿਆ ਲਾਹੌਰ ਨੂੰ, ਔਰ ਉਹਨੇ ਫਿਰ ਉਹ ਬਣਾਈ ਇਸੇ ਤਰ੍ਹਾਂ ਦੀ ਤੋਪ। ਇੰਟਰਸਟਿੰਗ, ਕਦੇ ਮੈਂ ਸੁਣੀ ਨਹੀਂ ਗੱਲ ਪਹਿਲਾਂ। ਉਹ ਬਣਾਈ ਸੀ ਤੋਪ, ਇੱਕ ਨਹੀਂ ਕਹਿੰਦੇ ਕਿੰਨੀ ਗਿਣਤੀ ਦੇ ਵਿੱਚ ਵੀ ਜ਼ਿਆਦਾ ਉਹਨੇ ਬਣਾਈਆਂ ਸੀ ਤੋਪਾਂ। ਤੇ ਉਹ ਇਸ ਤਰ੍ਹਾਂ ਦਾ ਤੇ ਹੁੰਦਾ ਰਿਹਾ ਜੀ। ਫਿਰ ਵੀ ਇੰਨਾ ਦਿਮਾਗ ਉਹਦੇ ਰਾਜ ਦੇ ਵਿੱਚ ਹੁੰਦਿਆਂ, ਇੰਨੀ ਸ਼ਕਤੀ ਹੁੰਦਿਆਂ ਹੋਇਆਂ ਵੀ ਜਿਹੜੇ ਉਹਨਾਂ ਦੇ ਰਾਜ ਦੇ ਡਿੱਗਣ ਦੇ ਕਾਰਨ ਆ ਨਾ, ਉਹ ਕੁਝ ਹੋਰ ਹੈਗੇ ਆ। ਉਹਦੇ ਵਿੱਚ we will come to them। ਹਾਂਜੀ, ਹਾਂਜੀ, we will come to them। ਪਰ ਦੇਖੋ ਇਸੇ ਤਰ੍ਹਾਂ ਜਿਵੇਂ ਹੁਣ ਅਸੀਂ ਭਾਈ ਲਹਿਣਾ ਜੀ ਦੀ ਗੱਲ ਕੀਤੀ ਹੈ, ਗਿਆਨੀ ਧਰਮ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਦੱਸੋ। ਹਾਂਜੀ, ਮੈਂ ਤੋਪਾਂ ਦੇ ਮੁਤਲਕ ਹੀ ਕਹਿਣ ਲੱਗਾ ਕਿਉਂਕਿ ਜਿਹੜਾ ਚੱਲ ਰਿਹਾ ਸੀਗਾ ਮਸਲਾ ਵੀ ਸਿਵਲ ਦੇ ਵਿੱਚ ਵੀ ਸਿੱਖ ਨਹੀਂ ਲੈ ਗਏ, ਅਸਲ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਬਹੁਤ ਸੀਗੇ ਜੇ ਮੁਸਲਮਾਨਾਂ ਦੇ ਸਮੇਂ ਕੋਤਵਾਲ ਦੀ ਪਦਵੀ ਤੱਕ ਸੁਬੇਗ ਸਿੰਘ ਵਰਗੇ ਹੋ ਸਕਦੇ ਨੇ ਤੇ ਫਿਰ ਇਹ ਕੋਈ ਵੱਡੀ ਗੱਲ ਨਹੀਂ, ਉਹਨਾਂ ਦਾ ਜ਼ਿਕਰ ਘੱਟ ਕੀਤਾ ਗਿਆ। ਦੂਸਰੀ ਗੱਲ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀ ਗੱਲ, ਉਹਦੇ ਬਾਰੇ ਮੈਂ ਪੜ੍ਹ ਰਿਹਾ ਸੀ ਤੇ ਮੈਂ ਨੋਟ ਕੀਤੇ ਆ 11 ਬੰਦੇ ਜਿਹੜੇ ਤੋਪਖਾਨੇ 'ਚ ਕੰਮ ਕਰਦੇ ਸੀਗੇ। ਉਹਨਾਂ 'ਚ ਸੂਬਾ ਸਿੰਘ, ਗੋਬਿੰਦ ਸਿੰਘ, ਰਾਏ ਸਿੰਘ ਤੋਪਸਾਜ, ਮੀਆਂ ਖਾਨ ਮੁਹੰਮਦ, ਸੁੱਧਾ ਸਿੰਘ, ਅਫਜ਼ਲ ਅਲੀ, ਇਮਾਮ ਰੂਪ ਸਿੰਘ, ਅਨੂਪ ਸਿੰਘ, ਮੁਹੰਮਦ ਹਯਾਤ ਤੇ ਬਾਗੀ ਖਾਨ। ਇਹ 11 ਨਾਂ ਦਿੱਤੇ ਨੇ ਬਾਬਾ ਪ੍ਰੇਮ ਸਿੰਘ ਹੋਤੀ ਵਾਲਿਆਂ ਨੇ। ਤੇ ਫਿਰ ਇਹਦੇ ਨਾਲ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਤੋਪਾਂ ਦੀ ਗਿਣਤੀ ਆ, ਵੱਡੀਆਂ ਤੋਪਾਂ 284, ਹਲਕੀਆਂ ਤੋਪਾਂ ਜਿਨ੍ਹਾਂ ਨੂੰ ਛੁਤਰੀ ਵੀ ਕਿਹਾ ਜਾਂਦਾ ਸੀ, ਊਠਾਂ ਤੇ ਲੱਦ ਕੇ ਵੀ ਲਿਜਾਈਆਂ ਜਾਂਦੀਆਂ ਸੀ, ਉਹ 400, ਕੁੱਲ 784 ਤੋਪਾਂ ਸੀਗੀਆਂ। ਤੇ ਤੋਪਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਜਿਹੜਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਨੂੰ ਦੇਖਦਾ ਸੀ ਜਾਂ ਤੋਪਾਂ ਨੂੰ ਚੱਲਦਿਆਂ ਦੇਖਦਾ ਸੀ, ਉਹ ਦੰਗ ਰਹਿ ਜਾਂਦਾ ਸੀਗਾ ਕਿ ਉਹਨਾਂ ਦੇ ਮੁਕਾਬਲੇ ਦਾ ਤੋਪਖਾਨਾ ਕਿਸੇ ਕੋਲ ਵੀ ਨਹੀਂ। ਇੰਟਰਸਟਿੰਗ। ਉਹਨਾਂ ਨੂੰ ਬਣਾਉਣ ਵਾਲੇ ਦਾ ਫਿਰ ਮੰਨ ਲਓ ਉਹਦੇ ਕੋਲ ਸੀਗੇ ਨਾ ਬੰਦੇ, ਤਾਂ ਹੀ ਬਣੀਆਂ ਇਹ ਸਾਰੀਆਂ ਲਾਹੌਰ ਦੇ ਵਿੱਚ। ਹਾਂਜੀ, ਇਹ ਸਾਰੀਆਂ ਲਾਹੌਰ ਦੇ ਵਿੱਚ ਬਣਦੀਆਂ ਸੀ। ਸਾਰਾ ਫੌਜੀਆਂ ਵਾਸਤੇ ਸਿੱਕਾ, ਦਾਰੂ ਬਰੂਦ ਜਿਹੜਾ ਇਹਨਾਂ ਦੇ ਆਪਣੇ ਕਾਰਖਾਨੇ ਸੀਗੇ ਲਾਹੌਰ ਦੇ ਵਿੱਚ, ਉੱਥੇ ਤਿਆਰ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਬਿਲਡਿੰਗ ਟੈਕਨੋਲੋਜੀ ਜਿਹੜੀ ਸਾਡੇ ਮਤਲਬ ਬਿਲਡਿੰਗਸ ਬਣਾਉਣੀਆਂ ਨੇ ਜਾਂ ਹੋਰ ਚੀਜ਼ਾਂ ਜਿਹੜੇ ਨਵੇਂ ਸ਼ਹਿਰ ਪਲਾਨ ਕਰਨੇ ਨੇ, ਉਹ ਸਾਰੀਆਂ ਚੀਜ਼ਾਂ ਕੋਈ ਬੰਦਾ ਤਾਂ ਕੋਈ ਹੋਏਗਾ ਇਹ ਸਿਸਟਮ ਉਹਨਾਂ ਦਾ ਜਿਹਦੇ ਨਾਲ ਕ੍ਰੀਏਟ ਕੀਤੇ ਜਾਂਦੇ ਸੀ। ਹਾਂਜੀ ਡਾਕਟਰ ਇੰਦਰਜੀਤ ਸਿੰਘ, ਤੁਹਾਡਾ ਕੀ ਵਿਚਾਰ ਹੈ? ਡਾਕਟਰ ਇੰਦਰਜੀਤ ਸਿੰਘ, ਕੀ ਕਹਿਣਾ ਚਾਹੁੰਦੇ ਤੁਸੀਂ? ਜੀ ਬਈ ਉਸ ਸਮੇਂ ਤੋਪਖਾਨੇ ਦੀ ਗੱਲ ਚੱਲੀ ਸੀ ਤੇ 123 ਤੋਪਾਂ ਜਿਹੜੀਆਂ ਨੇ ਉਹਦਾ ਜ਼ਿਕਰ ਕੀਤਾ ਹੈ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ, ਜਿਹਨੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿੰਨੀਆਂ ਲੜਾਈਆਂ ਹੋਈਆਂ ਨੇ, ਸ਼ਾਹ ਮੁਹੰਮਦ ਨੇ ਕਿੱਸਾ ਲਿਖਿਆ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ। ਉਹਦੇ 'ਚ ਉਹਨੇ ਜ਼ਿਕਰ ਕੀਤਾ ਵੀ 123 ਤੋਪਾਂ ਖਾਲਸੇ ਜਿਹੜੇ ਨੇ, ਜਦੋਂ ਖਾਲਸਾ ਮੈਦਾਨ ਛੱਡ ਗਿਆ ਅੰਗਰੇਜ਼ਾਂ ਦੇ ਵਿਰੋਧ ਵਿੱਚ, ਤੇ 123 ਤੋਪਾਂ ਉੱਥੇ ਛੱਡ ਕੇ ਆਏ ਸਨ। ਤੇ ਨਾਲੇ ਇੱਕ ਉਹਨੇ ਜ਼ਿਕਰ ਕੀਤਾ ਕਿ ਮੇਵਾ ਸਿੰਘ ਤੇ ਮਾਖੇ ਖਾਂ ਇਹ ਬੜੇ ਵੱਡੇ ਤੋਪਚੀ ਸਨ,
ਜਿਹੜੇ ਕਿ ਉਹਨੇ ਜ਼ਿਕਰ ਕੀਤਾ ਹੈ ਕਿ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਤੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮਹਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਤੋ ਮੇਵਾ ਸਿੰਘ ਤੇ ਮਾਖੇ ਖਾਂ ਬੜੇ ਵੱਡੇ ਤੋਪਚੀ ਸਨ, ਜਿਹੜੇ ਕਿ ਇਸ ਸਮੇਂ ਜ਼ਿਕਰ ਕੀਤਾ ਗਿਆ ਹੈ ਖਾਲਸੇ ਦੀਆਂ ਤੋਪਖਾਨੇ ਦੇ ਸੰਬੰਧ ਵਿੱਚ, ਜਿਹੜਾ ਕਿ ਲੜਾਈਆਂ ਹੋਈਆਂ ਨੇ। ਹਰਮੀਰ, welcome. Glad to join. We're talking about Vai Khalsa Vai Fateh. We are talking about Maharaja Ranjit Singh ਦੇ ਰਾਜ ਦੇ ਵਿੱਚ, like you are an engineer, ਵੀ ਕਿਹੋ ਜਿਹੇ ਇੰਜੀਨੀਅਰ ਸੀ ਉਹਨਾਂ ਦੇ ਮੌਕੇ, ਤੇ ਕਿਹੋ ਜਿਹੇ ਦੱਸ ਰਹੇ ਨੇ ਵੀ ਭਾਈ ਲਹਿਣਾ ਸਿੰਘ ਬੜੇ ਮਸ਼ਹੂਰ ਇੰਜੀਨੀਅਰ ਹੋਏ ਆ, ਤੇ ਜਿਹੜੀਆਂ ਗਨਸ ਸੀਗੀਆਂ ਉਹਨਾਂ ਨੂੰ ਕ੍ਰੀਏਟ ਕਰਨ ਵਾਲੇ, ਡਿਜ਼ਾਈਨ ਕਰਨ ਵਾਲੇ, ਤੇ ਉਹ ਬੰਦੇ ਸੀਗੇ ਉਹਨਾਂ ਦੇ ਵਿੱਚ ਰਲਵੇਂ ਸਿੱਖ ਵੀ ਸੀ ਤੇ ਨਾਨ ਸਿੱਖ ਵੀ ਸੀ ਉਹਦੇ ਵਿੱਚ। ਸੋ that's the kind of study which we don't do very often, ਕਿਉਂ ਕੱਲਿਆਂ ਸਪੋਰਟ ਤੇ ਚਾਹੀਦੀ ਹੈ ਨਾ, ਸਿਵਲ ਸਰਵਿਸ ਲਈ ਵੀ ਸਪੋਰਟ ਵੀ ਚਾਹੀਦੀ ਹੈ, ਪਰ ਕਿੱਥੋਂ ਪੈਦਾ ਹੁੰਦੀ ਸੀਗੀ ਉਹ। ਸੋ ਜਿਹੜੇ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਕ੍ਰਿਮੀਨਲ ਸ਼ੁਰੂ ਕਰ ਦਿੱਤੇ ਕਹਿਣੇ, ਜਿਹੜੇ ਸਿਕਲੀਗਰ ਵਗੈਰਾ ਸੀਗੇ ਜਿਹੜੇ ਲੋਕ, ਉਹਨਾਂ ਨੂੰ ਉਹ ਤਾਂ ਜਮਾਂਦਰੂ ਇੰਜੀਨੀਅਰ ਹੀ ਸੀਗੇ, ਇੱਕ ਕਿਸਮ ਦੇ ਤਲਵਾਰਾਂ ਵਗੈਰਾ, ਨਾਈਫ ਔਰ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਸੀ। ਹਾਂਜੀ, ਉਹਨਾਂ ਬਾਬਤ ਜਰਾ ਦੱਸੋ ਗਿਆਨੀ ਸੁੱਚਾ ਸਿੰਘ ਜੀ। ਦੇਖੋ ਉਹਨਾਂ ਦੇ ਬਾਬਤ ਜੀ ਅਸੀਂ ਜਦੋਂ ਇਸ ਸਮੇਂ ਦੇ ਵਿੱਚ ਹੀ ਬਹੁਤਾ ਸੁਣਿਆ ਜੀ, ਖਾਸ ਕਰਕੇ ਸਰਦਾਰ ਮੋਹਨ ਸਿੰਘ ਜੀ ਜਿਹੜੇ ਨਿਸ਼ਕਾਮ ਸੇਵਾ ਵਾਲੇ, ਉਹਨਾਂ ਦੇ ਕੋਲੋਂ ਬਹੁਤਾ ਸੁਣਿਆ ਜੀ ਬਈ ਉਹ ਹਾਲੇ ਤੱਕ ਵੀ ਇਹ ਕੰਮ ਕਰਦੇ ਆ। ਪਿਤਾ ਪੁਰਖੀ ਉਹਨਾਂ ਦਾ ਕੰਮ ਪੁਰਾਣਾ ਚੱਲੀ ਆਉਂਦਾ, ਸਿੱਖੀ ਨੂੰ ਧਾਰਨ ਕੀਤਾ ਹੋਇਆ, ਤੇ ਉਹ ਜਿਹੜੇ ਸ਼ਾਸਤਰ ਬਣਾਉਂਦੇ ਆ। ਤੇ ਅੱਜ ਕੱਲ ਜਿਹੜਾ ਵੱਡੇ ਸ਼ਾਸਤਰ ਤਾਂ ਨਹੀਂ ਚੱਲਦੇ, ਤੇ ਅੱਜ ਕੱਲ ਜਿਹੜੇ ਚਾਕੂ ਛੁਰੀਆਂ ਵਗੈਰਾ ਇਹੋ ਜਿਹੀ ਚੀਜ਼ਾਂ ਜਿਹੜੀਆਂ ਵਧੀਆ ਕਿਸਮ ਦੀਆਂ ਉਹ ਹੱਥਾਂ ਦੇ ਨਾਲ ਬਣਾਉਂਦੇ ਆ ਲੋਕ। ਤੇ ਉਸ ਵੇਲੇ ਜਿਹੜੇ ਇਹ ਲੋਕ ਸਪਲਾਈ ਕਰਦੇ ਸੀਗੇ ਗੁਰੂ ਮਹਾਰਾਜ ਦੀ ਫੌਜ ਨੂੰ, ਜਿਹੜੇ ਲੜਨੇ ਵਾਲੇ ਸ਼ਾਸਤਰ ਜਿਹੜੇ ਵੱਡੇ ਹੈਗੇ ਆ, ਤੇ ਉਹ ਜਦੋਂ ਇੰਜੀਨੀਅਰ ਤੇ ਉਹ ਬਹੁਤ ਵੱਡੇ ਸੀਗੇ। ਪਰ ਅਗੇਨ ਜੀ ਮੈਂ ਜਿਹੜੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੀ ਹਰ ਇੱਕ ਚੀਜ਼ ਨੂੰ ਧੁੰਦਲਾ ਕਰਨ ਦੇ ਵਾਸਤੇ ਜਿਹੜਾ ਵੀ ਕੋਈ ਚੰਗਾ ਸਿੱਖ ਦਾ ਦਿਮਾਗ ਵਾਲਾ ਸਿੱਖ ਹੁੰਦਾ ਹੈ, ਉਹਦੇ ਕੀਤੇ ਕੰਮਾਂ ਨੂੰ ਤੇ ਉਹਦੇ ਨਾਂ ਨੂੰ ਉਹਨੂੰ ਛੁਪਾ ਦਿੱਤਾ ਜਾਂਦਾ ਹੈ, ਇਤਿਹਾਸ ਦੇ ਵਿੱਚੋਂ ਉਹਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਤੇ ਉਹ ਕਿਉਂ ਹੁੰਦਾ? ਇਹੋ ਹੀ ਗੱਲਾਂ ਕਿ ਜਿਹੜੀਆਂ ਅਸੀਂ ਅੱਜ ਹੁਣ ਵਿਚਾਰਨ ਲੱਗੇ ਹੋਏ ਹਾਂ ਕਿ ਵੀ ਉਹਨਾਂ ਦੇ ਰਾਜ ਦੇ ਵਿੱਚ ਕੋਈ ਸਿਆਣਾ ਨਹੀਂ ਸੀ, ਜਾਂ ਉਹਨਾਂ ਦੇ ਰਾਜ ਨੂੰ ਕਿਉਂ ਨਹੀਂ ਗਾਂਹ ਵੱਧ ਸਕਿਆ। ਉਹਦੇ ਜਿਹੜੇ ਤਾਂ ਕਿ ਉਹ ਲੋਕ ਆ ਨਾ, ਅਸੀਂ ਜਿਹੜੇ ਉਹਦੇ ਕਾਰਨ ਨਾ ਲੱਭ ਸਕੀਏ, ਇਸ ਵਾਸਤੇ ਹੁੰਦਾ। ਤਾਂ ਸਾਡਾ ਜਿਹੜਾ ਬਲੇਮ ਜਿਹੜਾ ਸਾਡੀ ਆਪਣੀ ਕੌਮ ਦੇ ਉੱਪਰ ਤੇ ਆਪਣੇ ਲੀਡਰਾਂ ਦੇ ਉੱਪਰ ਚਲਾ ਜਾਂਦਾ, ਤੇ ਇਹੋ ਹੀ ਉਹ ਕ੍ਰੀਏਟ ਕਰਨਾ ਚਾਹੁੰਦੇ ਸੀਗੇ। ਇਸ ਕਰਕੇ ਜਿਹੜਾ ਸਾਰਾ ਕੁਝ ਸਾਡੇ ਕੋਲੋਂ ਨਾ ਜੀ ਜਿਹੜਾ ਹਾਈਡ ਕੀਤਾ ਗਿਆ, ਸਾਡੇ ਸ਼ਾਸਤਰ ਬਣਾਉਣੇ ਵਾਲੇ ਵੀ ਤੇ ਸਾਡੇ ਜਿਹੜੇ ਰਾਜ ਦਰਬਾਰ ਦੇ ਵਿੱਚ ਕੰਮ ਕਰਨੇ ਵਾਲੇ ਸੀਗੇ, ਉਹਨਾਂ ਲੋਕਾਂ ਨੂੰ ਵੀ, ਸਿਆਣੇ ਲੋਕਾਂ ਨੂੰ ਜਿਹੜਾ ਸਾਡੀਆਂ ਅੱਖਾਂ ਤੋਂ ਲਿਖ ਕੀਤਾ ਗਿਆ। ਤੇ ਮਾਰਦੇ ਵੀ ਆਪੇ ਰਹੇ ਕਈ ਵਾਰੀ ਵਿੱਚ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਤੱਕ ਜਿਸਲੇ ਪਹੁੰਚਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਜਿਹੜੇ ਅਸਲੀ ਕਾਰਨ ਤੇ ਕੁਝ ਹੋਰ ਹੀ ਸੀਗੇ। ਤੇ ਇਸੇ ਤਰ੍ਹਾਂ ਸਤੀ ਹੋਣ ਦੇ ਬਾਰੇ ਵੀ, ਉਹਦੇ ਬਾਰੇ ਥੋੜੀ ਸਟੱਡੀ ਕੀਤੀ ਹੈ, ਤੇ ਪਤਾ ਲੱਗਦਾ ਕਿ ਉਹ ਨਹੀਂ ਜੋ ਅਸੀਂ ਸੋਚਦੇ ਆਏ ਹੁਣ ਤੱਕ। ਬਹੁਤਾ I'm glad that's the whole purpose of this ਮੀਟਿੰਗ, ਕਿ ਵੀ ਅਸੀਂ ਇਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਗਜ਼ਾਮਨ ਕਰੀਏ। ਦੇਖੋ ਹੁਣ ਜਿਵੇਂ ਸਾਡੇ ਸ਼ਹਿਰ ਪਲਾਨ ਹੁੰਦੇ ਨੇ ਜਾਂ ਕਿਲੇ ਬਣਦੇ ਨੇ, ਉਹਨਾਂ ਦੀ ਰੀਇਨਫੋਰਸਮੈਂਟ, ਉਹਨਾਂ ਨੂੰ ਮੇਨਟੇਨ ਕਰਨਾ ਸਾਰਾ, ਉਹਦੇ ਲਈ ਕੋਈ ਨੌਲੇਜ ਵਾਲੇ ਬੰਦੇ ਚਾਹੀਦੇ ਆ, ਨਹੀਂ ਤਾਂ ਚੀਜ਼ਾਂ ਚੱਲ ਨਹੀਂ ਸਕਦੀਆਂ। ਹੁਣ ਜੀ ਤੁਸੀਂ ਮਤਲਬ ਕਿ ਬਹੁਤੀ ਨਹੀਂ, ਤੁਸੀਂ ਇੱਕ ਦੇਖੋ ਕਿ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਡਿਜ਼ਾਈਨ ਕਰਦੇ ਆ, ਠੀਕ ਹੈ ਜੀ। ਗੁਰੂ ਅਰਜਨ ਦੇਵ ਜੀ ਸਰੰਦਾ ਬਣਾਉਂਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਤਾਊਸ ਬਣਾਉਂਦੇ ਆ। ਤਾਂ ਇਹ ਜਿਹੜੀ ਦੇਖੋ ਨਵੀਂ ਕ੍ਰੀਏਸ਼ਨ ਹੈ। ਤੇ ਹੁਣ ਮੈਂ ਦੇਖਦਾ ਕਿ ਕਿੰਨੇ ਸਮੇਂ ਤੋਂ ਕੋਈ ਨਵਾਂ ਸਾਜ਼ ਨਹੀਂ ਬਣਿਆ, ਕੋਈ ਨਵਾਂ ਸਾਜ਼ ਜੇ ਕਿਸੇ ਨੇ ਬਣਾਇਆ ਹੋਵੇ ਉਹ ਨਹੀਂ ਹੋਇਆ। ਹਿੰਦੁਸਤਾਨ ਦੇ ਵਿੱਚ ਤੂੰਬੀ ਦੀ ਕਾਢ ਹਿੰਦੁਸਤਾਨ ਦੀ ਹੈ, ਠੀਕ ਹੈ ਜੀ, ਤੂੰਬੀ ਦੀ ਕਾਢ। ਉਸ ਤੋਂ ਬਾਅਦ ਕਿਸੇ ਸਿੱਖ ਹੈਗਾ, ਉਹ ਮੈਂ ਪਹਿਲਾਂ ਗਾਉਂਦਾ ਹੁੰਦਾ ਸੀ, ਉਸ ਬੰਦੇ ਨੇ ਤੂੰਬੀ ਦੇ ਉੱਪਰ ਹੀ ਸੁਰਾਂ ਐਸੀਆਂ ਲਾ ਕੇ ਉਹਦੇ ਵਿੱਚ ਪੂਰੇ ਦੇ ਪੂਰੇ ਰਾਗ ਗਾਏ ਜਾ ਸਕਦੇ, ਬਣਦੀ ਉਹਦੀ ਆਵਾਜ਼ ਬਣਦੀ ਹੈ। ਜਿਸ ਤਰ੍ਹਾਂ ਹਾਰਮੋਨੀਅਮ ਤੋਂ ਵੀ ਜਾਨੀ ਵਧੀਆ ਤਰੀਕੇ ਦੇ ਨਾਲ ਜਿਹੜੀ ਬਣ ਸਕਦੀ ਹੈ। ਉਹਦਾ ਵੀ ਕਿਧਰੇ ਨਾਂ ਨਹੀਂ। ਤਾਂ ਉਹਦੇ ਮੈਂ ਕਿਧਰੇ ਇੰਟਰਵਿਊ ਦੇਖ ਰਿਹਾ ਸੀਗਾ, ਤੇ ਮੈਂ ਕਿਹਾ ਇੰਨਾ ਵੱਡਾ ਜਿਹੜਾ ਕਾਰੀਗਰ ਬੰਦਾ, ਜਿਹੜਾ ਇੰਜੀਨੀਅਰ ਬੰਦਾ ਹੈ, ਤੇ ਇਹਦਾ ਨਾਂ ਤੇ ਕੱਲ ਨੂੰ ਘੱਟੇ 'ਚ ਰੁਲ ਜਾਣਾ ਇਸ ਤਰ੍ਹਾਂ ਹੀ। ਹੁਣ ਵੀ ਮੈਨੂੰ ਵੀ ਯਾਦ ਨਹੀਂਗਾ, ਸੱਚੀ ਤੁਹਾਨੂੰ ਦੱਸਾਂ, ਮੈਨੂੰ ਵੀ ਉਸ ਬੰਦੇ ਦਾ ਨਾਂ ਹਾਲੇ ਵੀ ਯਾਦ ਨਹੀਂ ਹੈ। ਤਾਂ ਇਸ ਤਰ੍ਹਾਂ ਪਿਛਲੇ ਸਮਿਆਂ ਤੋਂ ਹੁੰਦਾ ਆਇਆ
ਸਾਡੇ ਵਿੱਚੋਂ ਜਿਹੜੇ ਲੋਕ ਜਿਹੜੇ ਦਿਮਾਗ ਵਾਲੇ ਆ ਨਾ ਜੀ, ਉਹਨਾਂ ਨੂੰ ਅਲੋਪ ਕੀਤਾ ਜਾਂਦਾ। ਤੁਸੀਂ ਹੁਣ ਮੌਕੇ ਤੇ ਇਸ ਵਕਤ ਦੇਖੋ ਕਿ ਪਾਲ ਸਿੰਘ ਪੁਰੇਵਾਲ, ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਕੋਈ ਯੁੱਗ ਪੁਰਸ਼ ਹੀ ਕਰ ਸਕਦਾ ਹੈ। ਇੰਨਾ ਸਿਆਣਾ ਬੰਦਾ ਜਿਹੜਾ ਪੂਰੇ ਵਰਲਡ ਦੇ ਜਿਹੜੇ ਚੈਂਪੀਅਨ, ਜਿਹੜੇ ਮਾਸਟਰ ਚੈਂਪੀਅਨ ਹੁੰਦੇ ਚੈਸ ਦੇ, ਉਹਨਾਂ ਸਾਰਿਆਂ ਨੂੰ ਹਰਾ ਕੇ ਜਿਹੜਾ ਗ੍ਰੈਂਡ ਚੈਂਪੀਅਨ ਉਹ ਬਣਿਆ ਸੀ ਆਪਣੇ ਟਾਈਮ ਦੇ ਉੱਪਰ, ਗ੍ਰੈਂਡ। ਹਾਂਜੀ, ਤੇ ਉਹ ਇੱਕੋ ਹੀ ਬੰਦਾ ਆ ਜਿਹੜਾ ਪੰਡਤਾਂ ਨੂੰ ਵੀ ਕਿਸੇ ਨੂੰ 72 ਨਛੱਤਰਾਂ ਦੀ ਯਾਦ ਨੇ, ਉਹਦੇ ਉਂਗਲਾਂ 'ਚ ਰਟੇ ਹੋਏ ਆ ਜੀ, ਇੱਕਦਮ ਫਟਾਫਟ ਸਾਰੇ ਬੋਲ ਦਿੰਦਾ। ਇੰਨਾ ਹਿਜਰੀ ਕੈਲੰਡਰ ਉਸ ਬੰਦੇ ਨੇ ਬਣਾ ਕੇ ਦਿੱਤਾ ਮੁਸਲਮਾਨਾਂ ਨੂੰ। ਸਾਡਾ ਜਦੋਂ ਬਣਦਾ ਤੇ ਸਾਡੇ ਜਿਹੜੇ ਬਾਬੇ ਉਹਦੇ ਵਿਰੁੱਧ ਰੌਲਾ ਪਾਈ ਜਾਂਦੇ, ਹਾਲੇ ਤੱਕ ਸੋ ਕਾਲਡ ਸਾਡੇ ਜਿਹੜੇ ਅਗਾਂਹ ਵਧੂ ਸਿੱਖ ਹੈ, ਇੰਟੈਲੈਕਚੁਅਲ ਦਿਮਾਗ ਵਾਲੇ ਜਿਹੜੇ ਆ, ਉਹਨਾਂ ਨੂੰ ਵੀ ਇਸ ਚੀਜ਼ ਦੀ ਕੀਮਤ ਦੀ ਸਮਝ ਨਹੀਂ ਆਈ ਹਾਲੇ ਤੱਕ ਵੀ ਉਹਨੂੰ ਗਾਲਾਂ ਕੱਢੀ ਜਾਂਦੇ ਕਿ ਅੱਗੇ ਕੰਮ ਚੱਲਦਾ ਹੀ ਸੀ ਜੀ, ਇਹਨੇ ਪੰਗਾ ਪਾ ਦਿੱਤਾ, ਹਾਲੇ ਇਹ ਕਹੀ ਜਾਂਦੇ ਆ। ਹੁਣ ਇਸ ਬੰਦੇ ਦੀ ਕਦੋਂ ਕਦਰ ਪਏਗੀ ਜੀ? ਤੇ ਜੇਕਰ ਬੀਬੀ ਜਗੀਰ ਕੌਰ ਨੇ ਉਦੋਂ 2003 ਚ ਲਾਗੂ ਕੀਤਾ ਸੀ, ਉਦੋਂ ਹੀ ਉਹਨੂੰ ਲਾ ਕੇ ਮਾਰਿਆ ਥੋੜੇ ਦਿਨਾਂ ਦੇ ਵਿੱਚ ਹੀ। ਹੁਣ ਉਹ ਦੁਬਾਰਾ ਹੀ ਫੇਰ ਲਾਗੂ ਹੋਣ ਲੱਗਾ। ਇਸ ਤਰ੍ਹਾਂ ਤੇ ਹੁੰਦਾ ਹੈ ਸਾਡੇ ਨਾਲ, ਤੇ ਜੇ ਉਹਨਾਂ ਦਾ ਫੇਰ ਜ਼ੋਰ ਚੱਲ ਗਿਆ, ਉਹਨਾਂ ਨੇ ਫੇਰ ਇਹਨੂੰ ਘੱਟੇ ਚ ਰੋਲ ਦੇਣਾ। ਹਾਂਜੀ, ਇਸ ਕਰਕੇ ਬਿਲਕੁਲ ਠੀਕ ਹੈ ਗੱਲ ਤੁਹਾਡੀ। ਇਸ ਕਰਕੇ ਸਾਨੂੰ ਇਹ ਚੀਜ਼ਾਂ ਜਿਹੜਾ ਰਾਜ ਭਾਗ ਚਲਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਿਕ ਨੀਡਸ ਨੇ ਸਾਡੀਆਂ, ਇਹਨਾਂ ਨੂੰ ਵੀ ਡਿਸਕਸ ਕਰਨ ਦੀ ਲੋੜ ਹੈ। ਇਕੱਲਾ ਇਹ ਨਹੀਂ ਕਿ ਬਈ ਜਿੱਤ ਲਿਆ ਇਲਾਕਾ ਤੇ ਗੱਲ ਖਤਮ ਹੋ ਗਈ। ਹਾਂਜੀ, ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਅਸੀਂ ਗੱਲ ਕਰ ਰਹੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਸਾਇੰਸ ਤੇ ਆਰਟਸ ਵਗੈਰਾ ਦੀ ਕੀ ਕਦਰ ਸੀਗੀ, ਕੀ ਉਦੋਂ ਉਹਨਾਂ ਦੇ ਰਾਜ ਦੇ ਮੌਕੇ ਇਹ ਚੀਜ਼ਾਂ ਕਿਵੇਂ ਪ੍ਰਫੁੱਲਤ ਹੋਈਆਂ? ਤੁਹਾਨੂੰ ਕੋਈ ਇਸ ਪਾਸੇ ਕੋਈ ਵਾਕਫੀਅਤ ਹੈ? ਮੈਨੂੰ ਇਸ ਬਾਰੇ, ਕਿਉਂਕਿ ਜ਼ਿਆਦਾ ਸਮਾਂ ਤਾਂ ਜਿੱਥੇ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੇਨ ਜਿਹੜਾ ਇਤਿਹਾਸ ਦਾ, ਉਹ ਤਾਂ ਜ਼ਿਆਦਾ ਇਹ ਜੰਗਾਂ ਦੇ ਵਿੱਚ, ਕਿਲੇ ਜਿੱਤਣ ਵਿੱਚ, ਆਪਣੇ ਰਾਜ ਦਾ ਵਿਸਥਾਰ ਕਰਨ ਦੇ ਵਿੱਚ, ਇਹਦੇ ਨਾਲ ਹੀ ਇਤਿਹਾਸ ਜ਼ਿਆਦਾ ਸੰਬੰਧਿਤ ਮਿਲਦਾ। ਬਾਕੀ ਇਹ ਵਿੱਚ ਜਿਹੜੀਆਂ ਕਲਾ, ਸਮਾਜ, ਸਿੱਖਿਆ, ਇਹਦੇ ਵਿੱਚ ਇਹ ਚੀਜ਼ਾਂ ਜ਼ਰੂਰ ਆਉਂਦੀਆਂ ਹੈਗੀਆਂ ਵੀ ਉਸ ਸਮੇਂ ਬਹੁਤ ਕੁਆਲਿਟੀ ਦੀ ਸਿੱਖਿਆ, ਬਹੁਤ ਕੁਆਲਿਟੀ ਦੇ ਇੰਜੀਨੀਅਰ, ਯਾਨੀ ਕਿ ਇੱਥੋਂ ਤੱਕ ਵਿਦੇਸ਼ੀ ਜਿਹੜੇ ਲੋਕ ਹੈਗੇ ਆ, ਉਹਨਾਂ ਦੀ ਵੀ ਮਦਦ ਜਿਹੜੀ ਇਹ ਚੀਜ਼ ਵਾਸਤੇ ਲੈਂਦੀ ਗਈ ਵੀ ਆਪਣੇ ਜਿਹੜੇ ਜੇ ਮਹਾਰਾਜਾ ਰਣਜੀਤ ਸਿੰਘ ਆਪ ਘੱਟ ਪੜ੍ਹੇ ਲਿਖੇ ਸਨ, ਮਗਰ ਉਹਨਾਂ ਦੀ ਪ੍ਰਜਾ ਉਸ ਵੇਲੇ ਬਹੁਤ ਜ਼ਿਆਦਾ ਐਜੂਕੇਟਡ ਸੀ। ਇਹ ਖੋਜਾਂ ਜਿਹੜੀਆਂ ਹਮੇਸ਼ਾ ਹੀ ਸਾਹਮਣੇ ਆਉਂਦੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜਿੱਦਾਂ ਸਰਦਾਰ ਲਹਿਣਾ ਸਿੰਘ ਜੀ ਦੀ ਗੱਲ ਦੱਸੀ, ਉਹ ਕਲੌਕ ਦੀ, ਜਾਂ ਇਹ ਤੋਂ ਇਲਾਵਾ ਵਧੀਆ ਤਰੀਕੇ ਦੇ ਹਥਿਆਰਾਂ ਦੀ ਗੱਲ, ਜਾਂ ਕੁਛ ਵੀ ਹੈਗੀ ਆ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਮੇਸ਼ਾ ਹੋਂਦ ਵਿੱਚ ਆਉਂਦੀਆਂ ਰਹੀਆਂ ਉਸ ਵੇਲੇ ਵੀ, ਕਿਉਂਕਿ ਇੱਕ ਰਾਜ ਵਧੀਆ ਰਾਜਨੀਤੀ ਇਹ ਨਹੀਂ ਜਿੱਤਾਂ ਹੁੰਦੀਆਂ, ਉਹਨੂੰ ਮੇਨਟੇਨ ਕਰਨਾ, ਉੱਥੋਂ ਦੀ ਪਬਲਿਕ ਨੂੰ ਜਿਹੜੀ ਜਾਗਰੂਕਤਾ ਉਹਨਾਂ ਵਿੱਚ ਰਹਿਣੀ, ਇੱਕ ਇਕੱਠੇ ਰਹਿ ਕੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ 10 ਸਾਲ ਬਾਅਦ ਵੀ ਜਿਹੜੀ ਅੰਗਰੇਜ਼ਾਂ ਨੂੰ ਫਾਈਟ ਦਿੰਦੇ ਆ, ਉਹ ਕਿੱਡੀ ਕਮਾਲ ਦੀ ਫਾਈਟ ਦਿੰਦੇ ਆ। ਇੱਕ ਉਹਨਾਂ ਚੰਗੀ ਸਪਿਰਿਟ ਭਰੀ ਗਈ, ਚਾਹੇ ਇੱਕ ਜਾਗਰੂਕਤਾ ਗੱਲ ਪਹੁੰਚੀ। ਡਿਫਰੈਂਟ ਸਬਜੈਕਟ ਹੈ। ਹਾਂਜੀ, ਮਨਦੀਪ ਸਿੰਘ ਜੀ, ਅਸੀਂ ਹੋਰ ਗੱਲ ਡਿਸਕਸ ਕਰ ਰਹੇ ਹਾਂ ਇਸ ਵੇਲੇ। ਹਾਂਜੀ, ਮਗਰ ਇਹ ਚੀਜ਼ਾਂ ਅਸੀਂ ਡਿਸਕਸ ਕਰ ਰਹੇ ਹਾਂ ਇਸ ਵੇਲੇ ਮੇਨਲੀ ਜਿਹੜਾ ਸਾਡਾ ਹੈਗਾ ਆਰਟਸ ਐਂਡ ਸਾਇੰਸ ਦੀ ਡਿਵੈਲਪਮੈਂਟ ਜਿਹੜੀ ਹੈ, ਉਹਦੇ ਵਿੱਚ ਦੇਖੋ ਹੁਣ ਮਹਾਰਾਜ ਦੇ ਵਿੱਚ ਕਲਾ ਦੀ ਐਪਰੀਸੀਏਸ਼ਨ ਸੀ, ਤਾਂ ਜਦੋਂ ਉਸਨੇ ਕੁਰਾਨ ਸ਼ਰੀਫ ਲਿਖਿਆ ਤੇ ਉਹਦੀ ਕਿੰਨੀ ਉਹਨਾਂ ਨੇ ਐਪਰੀਸ਼ੀਏਟ ਕੀਤੀ, ਤੇ ਉਹ ਫਕੀਰ ਅਜ਼ੀਜ਼ੁਦੀਨ ਨੂੰ ਦੇ ਦਿੱਤੀ ਸੀਗੀ ਪੁਸਤਕ, ਕਿਉਂਕਿ ਉਹ ਲੈ ਕੇ ਜਾਣਾ ਚਾਹੁੰਦਾ ਸੀਗਾ। ਬਾਕੀ ਜੇ ਅਸੀਂ ਇਸੇ ਤਰ੍ਹਾਂ ਜਦੋਂ ਚੌਰ ਬਣਾਇਆ ਤਾਂ ਚੌਰ ਸੀਗੇ, ਉਹ 2 ਬਣਾਏ ਹੋਏ ਸੀਗੇ, ਇੱਕ ਮਹਾਰਾਜ ਦਰਬਾਰ ਸਾਹਿਬ ਭੇਟਾ ਕੀਤਾ ਹੈ। ਇਸ ਤਰ੍ਹਾਂ ਹੈ ਨਾ, ਇਹੋ ਜਿਹੀਆਂ ਗੱਲਾਂ ਬਾਤਾਂ ਇਹਨਾਂ ਕੋਈ ਵਾਕਫੀਅਤ ਦਿਓ, ਕਿਉਂਕਿ ਦਰਬਾਰ ਸਾਹਿਬ ਜਿਹੜਾ ਤੋਸ਼ਖਾਨਾ, ਉਹਦੇ ਜਿਹੜੀਆਂ ਚੀਜ਼ਾਂ ਪਈਆਂ ਮੋਸਟਲੀ ਉਹ ਮਹਾਰਾਜਾ ਰਣਜੀਤ ਸਿੰਘ ਸਮਝਦੀਆਂ ਨੇ। ਜੀ ਬਿਲਕੁਲ ਐਗਜ਼ੈਕਟ, ਉਹਦੇ ਬਾਅਦ ਵਾਕਫੀਅਤ ਦਿਓ ਜ਼ਰਾ। ਹਾਂਜੀ, ਠੀਕ ਹੈ ਜੀ, ਤੁਸੀਂ ਗੱਲਬਾਤ ਜਾਰੀ ਰੱਖੋ, ਮੈਂ ਸੁਣ ਰਿਹਾ ਵੈਸੇ। ਮਗਰ ਇਹ ਚੀਜ਼ਾਂ ਹੈਗੀਆਂ ਵੀ ਹਰ ਇੱਕ ਕਲਾ ਦੇ ਹਰ ਇੱਕ ਪੱਖ ਦਾ, ਸਾਇੰਸ ਦੇ ਹਰ ਇੱਕ ਪੱਖ ਦਾ ਵਿਕਾਸ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਧੰਨਵਾਦ। ਥੈਂਕ ਯੂ ਜੀ। ਗਿਆਨੀ ਧਰਮ ਸਿੰਘ ਜੀ, ਤੁਸੀਂ ਫੈਮੀਲੀਅਰ ਹੋ ਤੋਸ਼ੇਖਾਨੇ ਜਿਹੜੀਆਂ ਚੀਜ਼ਾਂ ਕਿੱਥੋਂ ਆਈਆਂ? ਤੋਸ਼ੇਖਾਨੇ ਚ ਹਾਂਜੀ, ਜਿਹੜੀਆਂ ਜਦੋਂ ਜਲਾਓ ਲੱਗਦਾ ਦਿਖਾਉਂਦੇ ਨੇ ਉਹ ਚੀਜ਼ਾਂ, ਉਹਨਾਂ ਦੇ ਵਿੱਚ ਕੁਝ ਕਦਾ ਪਤਾ ਆ, ਸਾਰੀਆਂ ਚੀਜ਼ਾਂ ਦਾ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਕਿੰਨੀਆਂ ਨੇ। ਉਹਨਾਂ ਦੇ ਵਿੱਚ ਇੱਕ ਤੇ ਚਾਂਦਨੀ ਜਿਹੜੀ ਦਿਖਾਈ ਜਾਂਦੀ ਸੀ, ਜਿਹੜੀ ਕਵਰ ਨਿਹਾਲ ਸਿੰਘ ਦੇ ਵਿਆਹ ਤੇ ਸਰਦਾਰ ਰਾਮ ਸਿੰਘ ਅਟਾਰੀ ਨੇ ਬਣਾਈ ਸੀ, ਉਸ ਵੇਲੇ ਕਹਿੰਦੇ ਉਹਦੀ 1.25 ਲੱਖ ਰੁਪਈਆ ਕੀਮਤ ਸੀ।
ਜਿਹਦੇ ਚ ਸੋਨੇ ਚਾਂਦੀ ਦੀਆਂ ਤਾਰਾਂ ਦੀ ਕਢਾਈ ਤੇ ਹੀਰਿਆਂ ਦੀ ਜੜਤ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਲਾਉਣ ਵਾਸਤੇ ਉਹਨਾਂ ਨੇ ਦੇਖਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉੱਪਰ ਝਾਤੀ ਮਾਰੀ ਤਾਂ ਉਹਨਾਂ ਕਿਹਾ ਵੀ ਕਾਣਿਆ ਤੂੰ ਇਹਦੇ ਲਾਇਕ ਨਹੀਂ, ਇਹ ਚਾਂਦਨੀ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਚ ਚਾਹੀਦੀ ਹੈ, ਤੇ ਉਹਨਾਂ ਉੱਥੇ ਭੇਜ ਦਿੱਤੀ ਸੀ। ਉਹ ਬਣਾਈ ਕਿਹਨੇ ਸੀ? ਉਹ ਬਣਾਈ ਚਾਂਦਨੀ ਕਿਹਨੇ ਸੀਗੀ? ਇਹ ਤੇ ਹੁਣ ਇਹਦੇ ਬਾਰੇ ਤੇ ਨਹੀਂ ਮਿਲਦਾ। ਅਕਸਰ ਉਸ ਸਮੇਂ ਦੇ ਜਿਹੜੇ ਮਾਹਰ ਹੋਣਗੇ ਨਾ ਕੰਮਾਂ ਦੇ, ਉਹਨਾਂ ਕੋਲ ਬਣਵਾਈ ਗਈ ਹੋਊਗੀ। ਤੇ ਇੱਕ ਮਾਲਾ ਸੀਗੀ ਸੁੱਚੇ ਮੋਤੀਆਂ ਦੀ, ਜਿਹੜੀ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਦਰਬਾਰ ਚ ਭੇਜੀ ਸੀ। ਤੇ ਇਸੇ ਤਰ੍ਹਾਂ ਹੀ ਜਿਹੜਾ ਹਾਜੀ ਮਸਕੀਨ ਜਿਹਦੀ ਗੱਲ ਆਉਂਦੀ ਆ ਕਿ ਚੌਰ ਉਹਨਾਂ ਨੇ ਕਈ ਮਣਾ ਚੰਦਨ ਦੀਆਂ ਤਾਰਾਂ ਖਿੱਚ ਕੇ ਬਣਾਈਆਂ ਸੀਗੀਆਂ, ਤੇ ਉਹ ਇੱਕ ਚੌਰ ਉਹਨਾਂ ਮੱਕੇ ਭੇਜਿਆ ਸੀ ਤੇ ਇੱਕ ਦਰਬਾਰ ਸਾਹਿਬ ਭੇਜਿਆ ਸੀ। ਇੱਕ ਉਹ ਚੌਰ ਦੀ ਗੱਲ ਆ। ਤੇ ਇਸ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਦੇ ਬਾਰੇ ਮੈਨੂੰ ਪਤਾ ਨਹੀਂ। ਇੱਕ ਹੈਗੀ ਆ ਨੀਲਮ ਦੀ ਬਣੀ ਹੋਈ ਮੋਰ ਦੀ ਹੈਗੀ ਆ, ਉਹਨੂੰ ਪਤਾ ਨਹੀਂ ਤੁਖੀ ਕਹਿੰਦੇ ਕੀ ਕਹਿੰਦੇ ਆ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕੁਝ ਕੁ ਦਾ ਜ਼ਿਕਰ ਆ ਜਿਹੜਾ ਮੈਨੂੰ ਪਤਾ, ਬਾਕੀ ਨਹੀਂ। ਆਪਣੇ ਡਾਕਟਰ ਬਾਸੂ ਤੁਹਾਨੂੰ ਕੋਈ ਵਾਕਫੀਅਤ ਹੈ ਇਸ ਬਾਬਤ, ਇਹਨਾਂ ਚੀਜ਼ਾਂ ਬਾਬਤ? ਇਹ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਇਹਨਾਂ ਪਤਾ ਹੈ ਕਿ ਮਹਾਰਾਜਾ ਜਿਹੜਾ ਹੈ ਸ਼ੌਕੀਨ ਸੀਗਾ ਇਹਨਾਂ ਗੱਲਾਂ ਦਾ, ਉਹ ਯਤਨ ਕਰਦਾ ਸੀ ਮੈਂ ਕਿਤੋਂ ਨਾ ਕਿਤੋਂ ਲੈ ਲਵਾਂ। ਜਿਵੇਂ ਕੋਹਿਨੂਰ ਹੀਰਾ ਜਿਹੜਾ ਉਹ ਇੱਥੇ ਆ ਨਹੀਂ ਸਕਿਆ, ਪਰ ਉਹ ਅੰਗਰੇਜ਼ਾਂ ਨੇ ਆਪਣੇ ਕੋਲ ਹੀ ਰੱਖਿਆ। ਹੁਣ ਕੋਹਿਨੂਰ ਹੀਰਾ ਜਿਹੜਾ ਉਹ ਮਹਾਰਾਜੇ ਨੇ, ਉਹ ਕੋਈ ਬੇਗਮ ਸੀ, ਉਹਦਾ ਨਾਂ ਸੀ ਵਫਾ ਬੇਗਮ, ਤੇ ਉਹਦਾ ਹਸਬੈਂਡ ਸੀ ਸ਼ਾਹ ਸੁਜਾ। ਤੇ ਉਹ ਕਸ਼ਮੀਰ ਤੇ ਹੱਲਾ ਹੋਣ ਲੱਗਾ ਸੀ ਤੇ ਵਫਾ ਬੇਗਮ ਘਬਰਾ ਗਈ, ਕਿਉਂਕਿ ਉਹਦਾ ਪਤੀ ਸ਼ਾਹ ਸੁਜਾ ਉੱਥੇ ਕਸ਼ਮੀਰ ਸੀਗਾ। ਉਹਨੇ ਰਣਜੀਤ ਸਿੰਘ ਨੂੰ ਕਿਹਾ ਕਿ ਉਹਦਾ ਪਤੀ ਜਿਹੜਾ ਸ਼ਾਹ ਸੁਜਾ ਜ਼ਿੰਦਾ ਲਾਹੌਰ ਲਿਆਂਦਾ ਜਾਵੇ ਤੇ ਉਸ ਕੋਲ ਕੋਈ ਨੂਰ ਹੀਰਾ ਹੈਗਾ, ਉਹ ਮੈਂ ਤੁਹਾਨੂੰ ਦੇ ਦਿਆਂਗੀ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਨਾਦਰ ਸ਼ਾਹ ਦਿੱਲੀ ਤੋਂ ਕੋਈ ਨੂਰ ਹੀਰਾ ਲੈ ਗਿਆ ਸੀ, ਫਿਰ ਅਹਿਮਦ ਸ਼ਾਹ ਅਬਦਾਲੀ ਕੋਲ ਰਿਹਾ, ਤੇ ਹੁਣ ਕੋਈ ਨੂਰ ਹੀਰਾ ਜਿਹੜਾ ਅਬਦਾਲੀ ਦੀ ਔਲਾਦ ਕੋਲ ਹੈ। ਤਾਂ ਰਣਜੀਤ ਸਿੰਘ ਨੇ ਫਿਰ ਕੀ ਕੀਤਾ, ਵਫਾ ਬੇਗਮ ਦੇ ਕਹਿਣ ਤੇ ਦੀਵਾਨ ਮੋਹਕਮ ਚੰਦ ਨੂੰ ਸੁਨੇਹਾ ਕਰ ਲਿਆ ਕਿ ਕਿਸੇ ਤਰੀਕੇ ਸ਼ਾਹ ਸ਼ੁਜਾ ਜਿਹੜਾ ਹੈ ਉਹ ਫਤਿਹ ਖਾਨ ਦੇ ਹੱਥ ਨਾ ਆਉਣ ਦਿੱਤਾ ਜਾਵੇ, ਉਸ ਨੂੰ ਲਾਹੌਰ ਲੈ ਆਂਦਾ ਜਾਵੇ। ਇਸ ਤਰ੍ਹਾਂ ਹੀ ਹੋਇਆ। ਸ਼ਾਹ ਸ਼ੁਜਾ ਦੇ ਲਾਹੌਰ ਆਉਣ ਤੇ ਰਣਜੀਤ ਸਿੰਘ ਨੇ ਵਫਾ ਬੇਗਮ ਕੋਲੋਂ ਕੋਈ ਨੂਰ ਹੀਰਾ ਲੈ ਲਿਆ। ਤੋ ਇਸ ਤਰ੍ਹਾਂ ਮਹਾਰਾਜੇ ਦਾ ਸ਼ੌਂਕ ਜ਼ਰੂਰ ਸੀ ਇਹਨਾਂ ਚੀਜ਼ਾਂ ਪ੍ਰਤੀ, ਤਾਂ ਹੀ ਉਹਨਾਂ ਚੀਜ਼ਾਂ ਨੇ ਇਕੱਠੀਆਂ ਕਰਦੇ ਰਹਿੰਦੇ ਸੀ। ਇਹ ਅਲੱਗ-ਅਲੱਗ ਰੁਚੀਆਂ ਹੁੰਦੀਆਂ ਨੇ ਕਿ ਉਹਦੀ ਪਰਸਨੈਲਿਟੀ ਜਿਹੜੀ ਹੈ ਵੱਖ-ਵੱਖ ਕਿਸਮਾਂ ਦੇ ਤੱਤਾਂ ਦੀ ਬਣੀ ਹੋਈ ਸੀ। ਇੱਕ ਘੋੜੀ ਦਾ ਵੀ ਬੜਾ ਸੀਗਾ, ਇੱਕ ਅਰਬੀ ਘੋੜੀ ਜਾਂ ਕੋਈ ਇਸ ਤਰ੍ਹਾਂ ਦੀ ਸੀ ਜਿਹੜੀ ਮਹਾਰਾਜ ਦੀ ਬੜੀ ਫੇਵਰੇਟ ਸੀਗੀ, ਲੈਲਾ। ਹਾਂਜੀ, ਉਹਦੀ ਕੀ ਕਹਾਣੀ ਹੈ? ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਉਹਦੇ ਬਾਰੇ ਇੱਕ ਉਹਦੀਆਂ ਥੋੜਾ ਕਿ ਦਿਨਾਂ ਜਿੰਨਾ ਮੈਨੂੰ ਪਤਾ ਮੈਂ ਦੱਸਦਾ। ਉਹ ਕਹਿੰਦੇ ਵੀ ਇੱਕ ਤੇ ਉਹ ਇੰਨੀ ਸਫੈਦ ਸੀਗੀ ਕਿ ਉਦਾਂ ਦਾ ਕੋਈ ਸ਼ਾਇਦ ਹੈ ਨਹੀਂ ਸੀ ਹੋਰ। ਇੱਕ ਉਹਦੀ ਨਸਲ ਬਹੁਤ, ਤੇ ਉਹ ਵਫਾਦਾਰੀ ਦੇ ਵਿੱਚ ਕਮਾਲ ਸੀਗੀ। ਤੇ ਮਹਾਰਾਜਾ ਰਣਜੀਤ ਸਿੰਘ ਉਹਦੀ ਸਵਾਰੀ ਕਰ ਸਕਦੇ ਸੀ, ਉਹਦੇ ਤੋਂ ਹੋਰ ਕੋਈ ਚੜ੍ਹ ਵੀ ਨਹੀਂ ਸੀ ਸਕਦਾ। ਇੰਨਾ ਕੁ ਮੈਂ ਸੁਣਿਆ ਉਹਦੇ ਬਾਰੇ। ਡਾਕਟਰ ਰਵਿੰਦਰ ਸਿੰਘ, ਤੁਸੀਂ ਅੰਮ੍ਰਿਤਸਰ ਰਹਿੰਦੇ ਆ, ਤੁਸੀਂ ਤਾਂ ਕਈ ਵਾਰੀ ਗਏ ਹੋਗੇ, ਤੋਸ਼ਾਖਾਨਾ ਦੇਖਿਆ ਹੋਣਾ ਵੀ ਕੀ ਹੈ, ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ? ਸਰ ਮਤਲਬ ਮੈਨੂੰ ਇਸ ਤਰ੍ਹਾਂ ਨਹੀਂ, ਉਹ ਹਿਸਟੋਰੀਕਲ ਬੈਕਗ੍ਰਾਉਂਡ ਨਹੀਂ ਪਤਾ ਵੀ ਕਿਹਨਾਂ ਨੇ ਉਹ ਚੀਜ਼ਾਂ ਡੋਨੇਟ ਕੀਤੀਆਂ ਜਾਂ ਉੱਥੇ ਮਤਲਬ ਭੇਟ ਕੀਤੀਆਂ, ਉਹਦੇ ਬਾਰੇ ਮੈਨੂੰ ਨਹੀਂ ਪਤਾ। ਹਾਂ, ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਉਹਦੇ ਬਾਰੇ ਮੈਂ ਵਿਚਾਰ ਦੇਣਾ ਚਾਹੁੰਦਾ ਵਾਂ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਸੀ ਕਿ ਮਹਾਰਾਜ ਸਾਹਿਬ ਵੇਲੇ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਵੀ ਮਹਾਰਾਜਾ ਹੁੰਦਾ ਹੈ ਨਾ, ਰਾਜ ਭਾਗ ਜਿਹੜਾ ਹੈ ਨਾ, ਉਹ ਐਡਮਿਨਿਸਟ੍ਰੇਟਰ ਕਹਿਣ ਵਾਸਤੇ ਹੁੰਦਾ ਹੈ, ਪਰ ਉਹ ਕੇਵਲ ਤੇ ਕੇਵਲ ਰਾਜ ਦਾ ਸਪੋਰਟ ਹੁੰਦਾ ਹੈ, ਕੋਈ ਅਥਾਰਟੀ ਕੋਈ ਨਹੀਂ ਹੁੰਦੀ। ਅੱਜ ਕੱਲ੍ਹ ਵਰਗੀਆਂ ਸਿਵਲ ਸਰਵਿਸਿਜ਼ ਦੀ ਅੱਜ ਕੱਲ੍ਹ ਵੀ ਪੋਲੀਟੀਕਲ ਬੌਸ ਹੀ ਉਹਨਾਂ ਦੇ ਡੋਮੀਨੈਂਟ ਹੁੰਦੇ ਨੇ। ਸੋ ਉਸ ਵੇਲੇ ਰਾਜ ਭਾਗ ਦੇ ਵਿੱਚ ਜਿਹੜੀ ਪ੍ਰਮੁੱਖ ਸਥਾਨ ਹੁੰਦਾ ਨਾ, ਉਹ ਸ਼ਸਤਰਧਾਰੀ ਬੰਦੇ ਦਾ ਹੁੰਦਾ, ਜਨਰਲ ਦਾ। ਸੋ ਉਹ ਜਿਹੜੀਆਂ ਪੋਸਟਾਂ ਸਨ ਉਹ ਤੇ ਮਹਾਰਾਜ ਸਾਹਿਬ ਨੇ ਸਿੱਖਾਂ ਕੋਲ ਹੀ ਬਹੁਤੇ ਦਿੱਤੀਆਂ ਗਈਆਂ ਸਨ। ਤੇ ਜਿਹੜੇ ਸਿਵਲ ਸਰਵੈਂਟਸ ਹੁੰਦੇ ਨੇ, ਇਹ ਦੋ ਕਾਰਨ, ਇੱਕ ਤਾਂ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਕਿ ਦੇਖੋ ਸਿੱਖਾਂ ਤੇ ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ।
ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਇੰਨਾ ਕੁਝ ਹੋਣ ਤੋਂ ਬਾਅਦ ਜਿਹੜਾ ਸਿੱਖ ਇੰਟੈਲੀਜੈਂਸੀਆ ਦਾ ਸਟੇ ਕਰਨਾ ਨੈਚੁਰਲੀ ਪੋਸੀਬਲ ਨਹੀਂ ਸੀਗਾ ਉਸ ਹਾਲਾਤ ਦੇ ਵਿੱਚ। ਜਦੋਂ ਪ੍ਰਮੁੱਖ ਸਿੱਖਾਂ ਨੂੰ ਕਤਲ ਹੀ ਕਰ ਦਿੱਤਾ ਜਾਂਦਾ ਸੀ ਤੇ ਅਸੀਂ ਨਹੀਂ ਆਸ ਕਰ ਸਕਦੇ ਕਿ ਉਹਨਾਂ ਦੇ ਵਿੱਚੋਂ ਇੰਟੈਲੀਜੈਂਸੀਆ ਰਿਹਾ ਹੋਏਗਾ, ਨੋ ਡਾਊਟ ਥੋੜਾ ਬਹੁਤਾ, ਲੇਕਿਨ ਉਸ ਵੇਲੇ ਉਹਨਾਂ ਦਾ ਜਿਹੜਾ ਮੁੱਖ ਵਿਸ਼ਾ ਸੀ ਨਾ ਉਹ ਇਹੀ ਸੀ ਕਿ ਸ਼ਸਤਰਧਾਰੀ ਹੋ ਕੇ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰੋ। ਤੇ ਜਿਹੜੀਆਂ ਦੂਜੀਆਂ ਸਿਵਲ ਸਰਵਿਸ ਪੋਸਟ ਹੁੰਦੀਆਂ ਮੇਰੇ ਹਿਸਾਬ ਸੇ ਉਹ ਸਬਆਰਡੀਨੇਟ ਪੋਸਟ ਹੀ ਹੁੰਦੀਆਂ ਨੇ, ਉਹ ਉਹਨਾਂ ਕੋਲ ਇੰਨੀ ਅਹਿਮੀਅਤ ਨਹੀਂ ਹੁੰਦੀ। ਤੇ ਨੋ ਡਾਊਟ ਸਿੱਖਾਂ ਦੇ ਕੋਲ ਉਹ ਐਜੂਕੇਸ਼ਨ ਉਸ ਵੇਲੇ ਹਾਲਾਤ ਮੁਤਾਬਕ ਹੋਏਗੀ ਵੀ ਘੱਟ, ਕਿਉਂਕਿ ਸਿੱਖ ਤੇ ਘੋੜਿਆਂ ਤੇ ਰਹਿੰਦੇ ਸਨ, ਜੰਗਲਾਂ 'ਚ ਰਹਿੰਦੇ ਸਨ, ਤੇ ਐਜੂਕੇਸ਼ਨ ਪਾਰਟ ਆਟੋਮੈਟਿਕਲੀ ਉਹ ਪਿੱਛੇ ਪੈ ਜਾਂਦਾ ਹੈ। ਦੂਸਰਾ ਮੈਂ ਇੱਕ ਗੱਲ ਆਪਣਾ ਵੀ ਦੇਣਾ ਚਾਹੁੰਦਾ ਵਾਂ, ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਸੀ ਨਾ ਹੁਣ ਆਪਣੇ ਮਨਦੀਪ ਸਿੰਘ ਜੀ ਨੇ ਕਿ ਮਹਾਰਾਜਾ ਪੜ੍ਹੇ ਲਿਖੇ ਨਹੀਂ ਸਨ। ਤੇ ਉਹ ਕਿਸੇ ਨੇ ਕਿਹਾ ਕਹਿੰਦੇ ਵੀ ਅਗਰ ਕਿਸੇ ਮੱਛੀ ਦੀ ਅਸੀਂ ਉਹ ਕੁਆਲਿਟੀ ਦੇਖਣ ਲੱਗ ਪਏ ਉਹਨੂੰ ਦਰਖਤ ਤੇ ਚੜਾ ਕੇ ਨਹੀਂ ਦੇਖੀ ਜਾ ਸਕਦੀ। ਜਿਹੜੇ ਸੂਰਬੀਰ ਇਹਨਾਂ ਦੀ ਸੂਰਬੀਰਤਾ ਹੀ ਪੜ੍ਹਾਈ ਹੁੰਦੀ ਹੈ, ਸ਼ਸਤਰ ਵਿਦਿਆ ਹੀ ਇਹਨਾਂ ਦੀ ਪੜ੍ਹਾਈ ਹੁੰਦੀ ਹੈ। ਇਹਨਾਂ ਵਾਸਤੇ ਅੱਖਰੀ ਗਿਆਨ ਦੀ ਬਹੁਤੀ ਇੰਪੋਰਟੈਂਸ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਉੱਧਰ ਲਾਈ ਹੁੰਦੀ ਹੈ। ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਮਹਾਰਾਜ ਵੀ ਪੜ੍ਹੇ ਲਿਖੇ ਸਨ ਪਰ ਉਹਨਾਂ ਦੀ ਪੜ੍ਹਾਈ ਅੱਖਰੀ ਪੜ੍ਹਾਈ ਨਹੀਂ ਸੀ, ਸ਼ਸਤਰ ਦੀ ਪੜ੍ਹਾਈ ਸੀ। ਦੈਟਸ ਆਲ। ਠੀਕ ਹੈ ਪਾੜੇ ਸਾਹਿਬ, ਤੁਸੀਂ ਇਹਦੇ ਵਿੱਚ ਕੋਈ ਆਪਣੇ ਵਿਚਾਰ ਰੱਖਣੇ ਹੋਣ? ਤੁਹਾਡਾ ਮੈਂ ਇੰਜੀਨੀਅਰਿੰਗ ਵਗੈਰਾ ਦਾ ਧਿਆਨ ਸਾਰਿਆਂ ਨੇ ਬੜੇ ਐਡ ਕੀਤਾ ਇਨਫੋਰਮੇਸ਼ਨ। ਤੋਸ਼ਾ ਖਾਨਾ ਇੱਕ ਹੋਰ ਆਈਟਮ ਸੀ ਜਿਹੜਾ ਕਹਿੰਦੇ ਮੋਰ ਸੀਗਾ, ਇੱਕ ਜਿਹੜਾ ਮੋਤੀ ਔਰ ਨੀਲਮ ਦਾ ਬਣਿਆ ਹੋਇਆ ਸੀ। ਉਹ ਅੰਮ੍ਰਿਤਸਰ ਸਾਹਿਬ ਜਦੋਂ 84 'ਚ ਹਮਲਾ ਹੋਇਆ ਉਦੋਂ ਫਿਰ ਉਹ ਡੈਮੇਜ ਹੋ ਗਏ ਸਨ, ਸਾਰਾ ਸਮਾਨ, ਚਾਂਦਨੀ ਵੀ ਸੜ ਗਈ ਸੀ। ਮੋਰ ਵੀ ਸੀ ਇੱਕ ਬਣਾਇਆ ਹੈ ਬਹੁਤ ਹੀ ਖੂਬਸੂਰਤ, ਮਹਾਰਾਜਾ ਨੇ ਕਿਸੇ ਨੇ ਦਿੱਤਾ ਸੀ, ਉਹੀ ਉਹਨਾਂ ਨੇ ਫਿਰ ਅੰਮ੍ਰਿਤਸਰ ਗੁਰਦੁਆਰਾ ਦੇ ਦਿੱਤਾ ਸੀ। ਬਾਕੀ ਜੋ ਗੱਲਾਂ ਕਰ ਰਹੇ ਨੇ ਸਭ ਦੇਖੋ, ਸਿੱਖਾਂ ਸੋਚਣਾ ਪਏਗਾ ਸਾਡੀ ਐਵੋਲੂਸ਼ਨ ਕਿਵੇਂ ਹੋਈ ਹੈ, ਸਿੱਖ ਕਿਵੇਂ ਬਣੇ ਆ, ਅਸੀਂ ਕਿਸ ਹਾਲਾਤ ਦੇ ਵਿੱਚ ਅਸੀਂ ਬਣੇ ਆ। ਮਸੀਂ ਜਾ ਕੇ ਸਾਨੂੰ ਮੌਕਾ ਮਿਲਿਆ ਕਿਤੇ ਪੀਸ ਟਾਈਮ ਦਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ। ਉਸ ਤੋਂ ਪਹਿਲਾਂ ਤਾਂ ਹਮੇਸ਼ਾ ਲੜਾਈ ਸੀ। ਉਹਦੇ ਉਸ ਟਾਈਮ ਦੇ ਵਿੱਚੋਂ ਆਰਟ ਐਂਡ ਕਲਚਰ ਨੂੰ ਲੱਭਣਾ ਬਹੁਤ ਹੀ ਮੁਸ਼ਕਿਲ ਸੀ। ਕੋਈ ਵਿਰਲਾ ਕੋਈ ਛੋਟਾ ਮੋਟਾ ਕਾਰੀਗਰ ਹੋਵੇਗਾ, ਕੋਈ ਚੀਜ਼ ਬਣਾਈ ਹੋਵੇਗੀ ਕਿਸੇ ਨੇ। ਤਾਂ ਮੁਸਲਮਾਨ ਲੋਕ ਬੜੇ ਕਾਰੀਗਰ ਲੋਕ ਨੇ, ਹਾਲੇ ਵੀ ਮੁਸਲਮਾਨ ਲੋਕ ਬੜੇ ਕਾਰੀਗਰ ਨੇ ਇਹਨਾਂ ਚੀਜ਼ਾਂ ਦੇ ਵਿੱਚ। ਤੇ ਉਸ ਸਮੇਂ ਜੋ ਚੀਜ਼ਾਂ ਖਾਸ ਬਣਾਈਆਂ ਹੋਣਗੀਆਂ ਹੋ ਸਕਦਾ ਮੋਸਟਲੀ ਮੁਸਲਮਾਨਾਂ ਨੇ ਬਣਾਈਆਂ ਹੋਣਗੀਆਂ। ਤੇ ਬਸ ਇਹੀ ਕਹਿਣਾ ਚਾਹੁੰਦਾ, ਜਿਵੇਂ ਕਿਲੇ ਬਣਾਏ ਨੇ, ਕਿਲੇ ਦੇਖੋ ਤੁਸੀਂ ਐਵੇਂ ਨਹੀਂ ਬਣ ਜਾਂਦੇ। ਕਿਲਾ ਜਮਰੌਦ ਦਾ ਕਿਲਾ ਜਿਹੜਾ ਬਣਾਇਆ ਸੀ ਉੱਥੇ ਰਣਜੀਤ ਸਿੰਘ ਨੇ, ਉਹ ਕਮਾਲ ਦੇ ਕਿਲੇ ਨੇ। ਉਹਨਾਂ ਨੂੰ ਬਣਾਉਣ ਨੂੰ ਕੋਈ ਟੇਕਸ ਜਾਇਗੈਂਟਿਕ ਐਫਰਟ ਐਂਡ ਇੰਜੀਨੀਅਰਿੰਗ। ਔਰ ਜੋ ਉਸ ਟਾਈਮ ਦੇ ਹੋਰ ਬਿਲਡਿੰਗਸ ਬਣੀਆਂ ਨੇ ਉਹ ਕੋਈ ਮਾਮੂਲੀ ਬਿਲਡਿੰਗ ਨਹੀਂ ਬਣੀਆਂ। ਲੇਕਿਨ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਕਾਰੀਗਰ ਲੋਕ ਜਾਂ ਆਰਕੀਟੈਕਟ ਮੁਸਲਮਾਨ ਹੀ ਹੁੰਦੇ ਹੋਣਗੇ, ਕਿਉਂਕਿ ਉਹਨਾਂ ਨੇ ਕਈ ਸਦੀਆਂ ਤੋਂ ਇਹ ਕੰਮ ਦੇ ਵਿੱਚ ਰਹੇ ਨੇ। ਮੁਗਲਾਂ ਦੇ ਟਾਈਮ ਤੇ ਇੰਨੀਆਂ ਬਿਲਡਿੰਗ ਬਣੀਆਂ ਨੇ, ਤੁਹਾਨੂੰ ਪਤਾ ਹੀ ਹੈ। ਤਾਜ ਮਹਿਲ ਬਣਿਆ ਲਾਹੌਰ ਦੇ ਵਿੱਚੋਂ, ਜੋ ਮਹਿਲ ਬਣੇ ਨੇ, ਲਾਹੌਰ ਦਾ ਫੋਰਟ ਬਣਿਆ, ਕਮਾਲ ਦਾ ਫੋਰਟ ਦੇਖਿਆ ਸੀ। ਤੇ ਸੋ ਇਹ ਗੱਲਾਂ ਹੋਈਆਂ ਨੇ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਣਜੀਤ ਸਿੰਘ ਨੂੰ ਟਾਈਮ ਬਹੁਤ ਥੋੜਾ ਮਿਲਿਆ। ਔਰ ਜਿਸ ਤੱਕ ਐਜੂਕੇਸ਼ਨ ਦੀ ਗੱਲ ਤੁਸੀਂ ਕੀਤੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ ਤੇ ਕਾਇਦਾ ਬਣਾਇਆ ਸੀ। ਕਾਇਦਾ ਪੰਜਾਬੀ ਚ ਕਾਇਦਾ ਕਹਿੰਦੇ ਨੇ, ਛੋਟੀ ਜਿਹੀ ਕਿਤਾਬ। ਉਹਦੇ ਵਿੱਚ ਮੋਰ ਦੈਨ 1 ਲੈਂਗੁਏਜਸ ਵਿੱਚ ਉਹਨਾਂ ਨੇ ਕੀਤਾ ਸੀ। ਔਰ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਇਹ ਕਾਇਦੇ ਜਿੰਨੇ ਵੀ ਨੇ, ਜੋ ਸਰਕਾਰੀ ਅਧਿਕਾਰੀ ਵੀ ਨੇ, ਗੁਰਦੁਆਰੇ ਵੀ ਨਹੀਂ, ਇਨ ਐਡੀਸ਼ਨ ਟੂ ਗੁਰਦੁਆਰਾ ਔਰ ਮਸਜਿਦ ਵੀ ਜਾਂ ਮੰਦਿਰ ਵੀ, ਦੂਸਰੇ ਜੋ ਉਹਨਾਂ ਦੇ ਅਹਿਲਕਾਰ ਸਨ, ਆਫੀਸ਼ੀਅਲਸ, ਉਹਨਾਂ ਨੂੰ ਹੁਕਮ ਸੀ ਕਿ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਪੜ੍ਹਾਉਣਾ ਹੈਗਾ। ਔਰ ਇਤਨਾ ਹੀ ਨਹੀਂ, ਜਿਹੜੇ ਅੱਗੇ ਪੜ੍ਹ ਜਾਂਦੇ ਸੀ ਉਹਨਾਂ ਨੂੰ ਅੱਗੋਂ ਹੁਕਮ ਸੀ ਤੁਸੀਂ ਆਪਣੇ 5 ਬੰਦਿਆਂ ਨੂੰ ਪੜ੍ਹਾਇਆ ਤਾਂ ਤੁਸੀਂ ਅੱਗੋਂ 5 ਬਣਾਉਣੇ, ਤਾਂ 5 ਦੇ 5 ਹੀ ਹੋ ਜਾਂਦੇ ਸਨ। ਔਰ ਉਹ ਲੋਕ ਜਦੋਂ ਪੜ੍ਹ ਜਾਂਦੇ ਸਨ, ਕਾਇਦੇ ਨੂੰ ਸਮਝ ਲੈਂਦੇ ਸਨ, ਉਹ ਖੁਦ ਚਿੱਠੀ ਲਿਖਦੇ ਸਨ ਮਹਾਰਾਜਾ ਸਾਹਿਬ ਨੂੰ। ਮਹਾਰਾਜ ਖੁਦ ਚਿੱਠੀ ਲਿਖਦੇ ਸਨ ਕਿ ਜੀ ਅਸੀਂ ਇੰਨੀ ਪੜ੍ਹਾਈ ਕਰ ਲਈ ਹੈਗੀ। ਸੋ ਹੀ ਯੂਜ਼ਡ ਟੂ ਵੈਰੀਫਾਈ। ਇਹ ਨਹੀਂ ਕਿ ਨੌਕਰਾਂ ਨੂੰ ਕਹਿੰਦੇ ਪੜ੍ਹਾਓ ਜੀ, ਅਗਰ ਲੋਕ ਚੁੱਪ ਕਰਕੇ ਬਹਿ ਗਏ, ਨਹੀਂ ਕੀਤਾ। ਇਹ ਮੈਂ ਵੈਰੀਫਾਈਡ, ਹੈਲਡ them accountable ਕਿ ਤੁਸੀਂ ਪੜ੍ਹਾਇਆ ਹੈ ਕਿ ਨਹੀਂ ਪੜ੍ਹਾਇਆ ਹੈ। ਇਹ ਗੱਲ ਮੈਨੂੰ ਲਾਸਟ ਟਾਈਮ ਜਦੋਂ ਗਏ ਆ ਲਾਹੌਰ, ਉਦੋਂ ਸਭ ਦੱਸੀਆਂ ਗਈਆਂ ਸਾਨੂੰ। ਇਸ ਸਾਲ ਜੋ ਉਹਨਾਂ ਦਾ ਸਿਸਟਮ ਸੀ ਐਜੂਕੇਸ਼ਨ ਦਾ, ਔਰ ਆਪਣੇ ਥੋੜ੍ਹੇ ਜਿਹੇ ਟਾਈਮ ਵਿੱਚ ਪੰਜਾਬ ਦੀ ਐਜੂਕੇਸ਼ਨ ਲੈਵਲ, ਜੋ ਬੇਸਿਕ ਐਜੂਕੇਸ਼ਨ ਲੈਵਲ ਸੀ, ਉਹ ਕਾਫੀ ਹਾਈ ਹੋ ਚੁੱਕਿਆ ਸੀ।
So that was all a gift of Maharaj Ranjit Singh. Thank you. ਹਾਂਜੀ ਡਾਕਟਰ ਬਾਸੂ ਇਸ ਤਰ੍ਹਾਂ ਜੀ ਵੀ ਗੱਲ ਕੀਤੀ ਹੈ ਭਾਟੀਆ ਸਾਹਿਬ ਨੇ ਕਲਚਰ ਦੀ, ਕਲਾ ਦੀ। ਉਸ ਸਮੇਂ ਹਾਸ਼ਮ ਸ਼ਾਹ ਇੱਕ ਕਵੀ ਹੋਇਆ ਜਿਹਨੇ ਸੱਸੀ, ਹਾਸ਼ਮ ਦੀ ਸੱਸੀ ਮਸ਼ਹੂਰ ਹੈ, ਸੱਸੀ ਪੁੰਨੂ ਦਾ ਕਿੱਸਾ। ਤੇ ਇਹ ਵੀ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਪੂਰੀ ਸਰਪ੍ਰਸਤੀ ਦਿੱਤੀ ਸੀ ਔਰ ਉਹਨਾਂ ਨੂੰ ਕੋਈ ਜ਼ਮੀਨ ਵਗੈਰਾ ਵੀ ਦਿੱਤੀ ਹੋਈ ਸੀ ਉਹਨਾਂ ਦੇ ਗੁਜ਼ਾਰੇ ਲਈ। ਤੇ ਹਾਸ਼ਮ ਨੇ ਜੋ ਸੱਸੀ ਲਿਖੀ ਹੈ ਉਹ ਕਹਿੰਦੇ ਜੇ ਹੀਰ ਪੜ੍ਹਨੀ ਹੈ ਤੇ ਵਾਰਸੀ ਪੜ੍ਹੋ, ਤੇ ਜੇ ਸੋਹਣੀ ਵਿਵਾਲ ਪੜ੍ਹਨੀ ਤੇ ਫਜ਼ਲ ਸ਼ਾਹ ਦੀ ਪੜ੍ਹੋ, ਜੇ ਸੱਸੀ ਪੁੰਨੂ ਪੜ੍ਹਨਾ ਹੈ ਤੇ ਹਾਸ਼ਮ ਦੀ ਪੜ੍ਹੋ। ਤੋ ਇਸ ਤਰ੍ਹਾਂ ਮਹਾਰਾਜੇ ਨੇ ਪੈਟਰਨਾਈਜ਼ ਵੀ ਕੀਤਾ ਹੈ ਕਲਾਕਾਰਾਂ ਨੂੰ। ਇੱਕ ਭਾਈ ਵੀਰ ਸਿੰਘ ਦਾ ਵੀ ਮੈਂ ਜ਼ਿਕਰ ਪੜ੍ਹਿਆ ਸੀ, ਉਸ ਸਮੇਂ ਇੱਕ ਭਾਈ ਵੀਰ ਸਿੰਘ ਹੋਏ ਨੇ ਜਿਨ੍ਹਾਂ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ। ਤੋ ਇਸ ਤਰ੍ਹਾਂ ਉਸ ਸਮੇਂ ਸਾਹਿਤ ਦੇ ਪ੍ਰਤੀ ਰੁਚੀਆਂ ਜਿਹੜੀਆਂ ਨੇ ਮਹਾਰਾਜੇ ਨੇ ਕਈ ਪਾਸੇ ਦਿਖਾਉਣ ਦਾ ਉਹਦਾ ਜ਼ਿਕਰ ਮਿਲਦਾ ਹੈ ਕਿ ਸਾਹਿਤਕਾਰਾਂ ਨੂੰ ਪ੍ਰੋਤਸਾਹਨ ਕੀਤਾ ਜਾਂਦਾ ਸੀ। ਦੇਖੋ ਅੰਗਰੇਜ਼ਾਂ ਦੇ ਮੌਕੇ ਭਾਈ ਰਾਮ ਸਿੰਘ ਹੋਏ ਨੇ ਜਿਨ੍ਹਾਂ ਨੇ ਆਪਣਾ ਖਾਲਸਾ ਕਾਲਜ ਵੀ ਡਿਜ਼ਾਈਨ ਕੀਤਾ ਤੇ ਉਸ ਤੋਂ ਪਹਿਲਾਂ ਪ੍ਰਿੰਸੀਪਲ ਰਹੇ ਨੇ ਉਹ ਆਰਟਸ ਐਂਡ ਕਾਲਜ ਜਿਹੜਾ ਸੀਗਾ ਲਾਹੌਰ ਦੇ ਵਿੱਚ, ਐਂਡ ਹੈਲਪ ਡਿਜ਼ਾਈਨ ਦਾ ਵਿੰਡਸਰ ਕੈਸਲ ਟੂ, ਉੱਥੇ ਦਰਬਾਰ ਹਾਲ ਵਗੈਰਾ। ਇਸ ਤਰ੍ਹਾਂ ਮਤਲਬ ਜੇ ਉਸ ਵਕਤ ਉਹ ਭਾਈ ਰਾਮ ਸਿੰਘ ਵਰਗੇ ਬੰਦੇ ਸੀਗੇ, I can't understand ਕਿ ਬਈ ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਨਹੀਂ ਹੋਣੇ ਉਹੋ ਜਿਹੇ ਬੰਦੇ ਹੈ ਜੀ। ਹਾਂਜੀ ਮੈਂ ਪੜ੍ਹ ਰਿਹਾ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਦਾਂ ਕ੍ਰਿਸਚੀਅਨ ਕਾਲਜ ਨਾਲ ਲੁਧਿਆਣੇ ਅੰਗਰੇਜ਼ਾਂ ਨੇ ਖੋਲਿਆ ਸੀ, ਉਹਦੇ ਬਿਹਾਫ ਤੇ ਮਤਲਬ ਬਹੁਤ ਵੱਡਾ ਇੱਥੇ ਲਾਹੌਰ 'ਚ ਖੋਲ੍ਹਣਾ ਚਾਹੁੰਦੇ ਸੀਗੇ। ਤੇ ਮਿਸਟਰ ਲੋਰੀ ਦੇ ਨਾਲ, ਪ੍ਰੋਫੈਸਰ ਦੇ ਨਾਲ ਇਹਨਾਂ ਦੀ ਵਿਚਾਰ ਵੀ ਹੋਈ, ਪਰ ਉਹ ਕਹਿੰਦਾ ਸੀ ਵੀ ਅੰਜੀਲ ਪੜ੍ਹਾਉਣੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸੀ ਵੀ ਨਹੀਂ, ਤੇ ਇਹਨਾਂ ਦਾ ਫੈਸਲਾ ਨਹੀਂ ਹੋਇਆ। ਫਿਰ ਉਹਨਾਂ ਨੇ ਮਦਰਸਿਆਂ ਦੇ ਵਿੱਚ ਜਾਂ ਗੁਰਦੁਆਰੇ ਜਿਹੜੇ ਧਰਮਸ਼ਾਲਾ ਸੀਗੀਆਂ ਉੱਥੇ ਜਿਹੜੀ ਹੈਗੀ ਸੀਗੀ ਵਿਦਿਆ ਉਹਨੂੰ ਪੜ੍ਹਾਉਣ ਦਾ ਇਹਨਾਂ ਨੇ ਬੜੇ ਉਪਰਾਲੇ ਕੀਤੇ, ਜਿਵੇਂ ਪਹਿਲਾਂ ਵੀ ਜ਼ਿਕਰ ਹੋ ਚੁੱਕਾ। ਤੇ ਇੱਥੇ ਇੱਕ ਉਹਨਾਂ ਨੇ ਜ਼ਿਕਰ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 4000 ਦੇ ਲਗਭਗ ਸਕੂਲ ਸਨ। ਇਹ ਬਾਬਾ ਪ੍ਰੇਮ ਸਿੰਘ ਹੋਤੀ ਵਾਲੇ ਲਿਖ ਰਹੇ ਆ, ਤੇ ਜਿਸ ਵਿੱਚ ਬੜੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਵਿਦਿਆਰਥਣਾਂ ਗੁਰਮੁਖੀ, ਫਾਰਸੀ, ਸੰਸਕ੍ਰਿਤ, ਅਰਬੀ ਤੇ ਮਹਾਜਨੀ ਵਿੱਚ ਆਪੋ ਆਪਣੀ ਰੁਚੀ ਅਨੁਸਾਰ ਵਿਦਿਆ ਪ੍ਰਾਪਤ ਕਰਦੇ ਸਨ। ਆ ਥੋੜਾ ਜਿਹਾ ਅੱਗੇ ਸੁਣਿਓ। ਇਹ ਸਕੂਲ ਗੁਰਦੁਆਰਿਆਂ, ਮਸੀਤਾਂ, ਮੰਦਰਾਂ ਤੇ ਖਾਸ ਵਿਦਵਾਨਾਂ ਦੇ ਡੇਰਿਆਂ ਵਿੱਚ ਚੱਲਦੇ ਸਨ। ਇਹਨਾਂ ਮਕਤਬਾਂ, ਪਾਠਸ਼ਾਲਾ, ਮਦਰਸਿਆਂ ਤੇ ਦਰਗਾਹ ਵਿੱਚ ਪੜ੍ਹਾਉਣ ਦੀ ਸੇਵਾ ਕਰਨ ਵਾਲਿਆਂ ਦੀ ਮਹਾਰਾਜਾ ਬੜੀ ਇੱਜ਼ਤ ਕਰਦੇ ਸਨ। ਇੱਥੋਂ ਅੱਗੇ ਜਾ ਕੇ ਲਿਖਦੇ, ਕਹਿੰਦੇ ਇਸ ਤੋਂ ਅੱਗੇ ਡਾਕਟਰ ਸਾਹਿਬ ਨੇ ਕੋਈ ਅੰਗਰੇਜ਼ ਲੇਖਕ, ਉਹਨੇ ਲਿਖਿਆ ਕਿ ਆਪਣੀ ਕਿਤਾਬ 'ਚ ਨਕਸ਼ਾ ਵੀ ਦਿੱਤਾ ਕਿ ਜਿਸ ਤੋਂ ਸਪਸ਼ਟ ਹੁੰਦਾ ਕਿ ਖਾਲਸਾ ਰਾਜ ਸਮੇਂ 22 ਤਰ੍ਹਾਂ ਦੀ ਵਿਦਿਆ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸੀ। ਜਿਹੜੇ ਬੱਚੇ ਪੜ੍ਹ ਕੇ ਨਿਕਲਦੇ ਸਨ ਉਹਨਾਂ ਨੂੰ ਮਹਾਰਾਜਾ ਫਰਾਂਸੀਸੀ, ਇਟਾਲੀਅਨ ਤੇ ਅੰਗਰੇਜ਼ ਆਪਣੇ ਡਾਕਟਰਾਂ ਤੇ ਅਫਸਰਾਂ ਦੀ ਨਿਗਰਾਨੀ ਵਿੱਚ ਜਰਾ ਚੀਰ ਫਾੜ ਦਾ ਕੰਮ, ਇੰਜੀਨੀਅਰੀ, ਅਸਲ ਸਾਜੀ, ਬਰੂਦ ਸਾਜੀ ਆਦਿ ਦੇ ਹੁਨਰ ਸਿੱਖਣ ਲਈ ਮੁਕਰਰ ਕਰ ਦਿੰਦਾ ਸੀ। ਇੰਟਰਸਟਿੰਗ। ਇਹੋ ਜਿਹੀਆਂ ਚੀਜ਼ਾਂ ਘੱਟ ਹੀ ਸੁਣੀਆਂ ਅੱਗੇ ਪਹਿਲਾਂ ਡਿਸਕਸ ਕੀਤੀਆਂ। Anyone? ਹਾਂਜੀ ਹਰਵੀਰ। I wanted to share from a more of a holistic perspective, not necessarily only limited to Maharaja Ranjit Singh, but I think there has been no other opportunity in a leadership role of a larger community than Maharaja Ranjit Singh Ji. But I think if we look at Guru Nanak Dev Ji's principles and his approach to life, from what I've taken away, first of all, our Bani is in different rags, so it's already form of art, and yes. our Bani is also poetry, another form of what we call art, right? Mm-hmm. So it is at the root of who we are, and just listening to you, I'm so realizing how much of our culture we are not highlighting or enhancing when we think about the root of our heritage is focused on poetry and rag. And then I go to the messaging that as a person who takes away and applies in my life, is that from Guru Nanak Dev to Guru Gobind Singh Ji was always challenge the common thought, challenge the norms.
to challenge the norms means to be constantly critical, doing critical thinking. And critical thinking is what is innovation. So it is a natural part of technology and science, are a natural part of challenging the norm and looking for constant betterment, because he was never about stagnation. That's my takeaway. Guru Nanak Dev Ji was never about stagnation. And that also means as Sikhs to constantly explore the meanings that we interpret from our Bani, to never assume they just mean one thing and that's it. Because as we grow, as we experience, poetry is translated and interpreted. I shouldn't say translated, interpreted based on your personal experiences. And so, you know, I don't think we were intended to ever be people that were to be static in life. And when I think about now Maharaja Ranjit Singh, I think about, so coming from that heritage, we realize we already have the foundation for that mindset. Then now comes into the first king we had and the last, who as a king wasn't a king of just Sikhs, but was a king of all people. And therefore he was already open-minded. And being open-minded, you would welcome different perspectives, different forms of expression, different forms of innovation and critical thinking. And as Papa said about, you know, Islamic art, it's been there before we even had Islam, because it was part of the region itself, from Turkey to Saudi Arabia to, you know, to the East, right? So it's been part of that culture, whether we call it Islamic art or not. And so we were influenced by that, and we cannot deny that even some of our architecture is influenced by that same art, or architecture, I should say, rather. So I just think it's a natural progression of thought, and seems very much appropriate that if any leader would become a leader from this faith, who serves all people, would naturally be inclined to celebrate the arts and promote the arts, science, and innovation, because that's what it means, because we come from that root. But I think until the conversation happened, Uncle, I don't think it hit me. And it just hit me like a bus. So I hope we all support this, you know. I'm glad those are the observations important, because we somehow don't pay any attention to these details. We just merely bole so nihal de vich hi lage rehne hain. Most of our time is spent in that. Aur khand paat kari gaye ya kirtani lage rahe 24 ghante. But we don't pay any attention what else is going on around that. And, you know, Uncle, if I can just add one final note. Last night I was watching a movie just to kind of turn the IT brain off. And, you know, the movie was called the Mademoiselle and the Professor or something. It was about the people who actually wrote the Oxford Dictionary, and how they made it their life's mission. And it's on Netflix if anybody wants to watch it. But it talks about the word art, and it spends so much time on that word art. It says that it showed how much effort they had to go to explain that word, because that word in itself is art, because it is expression of your experience through various forms of expression. And so when we think about that time and Maharaja Ranjit Singh, how could he accept and welcome such a diverse, I won't say membership, but people of his kingdom without art, if that makes sense. Yeah, look at pottery, for example. You know, sade kamyar jehde ne kinna sona art hai ਉਹਨਾਂ ਦਾ, ਕਿਸ ਹਿਸਾਬ ਨਾਲ ਉਹ ਬਣਾਉਂਦੇ ਨੇ, ਉਹ ਵੈਸਲਸ ਵਗੈਰਾ ਕਿਵੇਂ ਕ੍ਰੀਏਟ ਕਰਦੇ ਨੇ ਚੀਜ਼ਾਂ. Look at ਸਾਡੇ ਜੁਲਾਹੇ ਜਿਹੜੇ different kind of ਖੇਸ ਤੇ ਧੋਤੀਆਂ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਨੇ. But we don't pay any attention to these things. We think this is just function. Yeah. So ਇਸੇ ਤਰ੍ਹਾਂ ਹੋਰ ਬੜੇ ਜਿਹੜੇ ਸਾਡੇ ਜਿਊਲਰਸ ਨੇ, ਜਿਹੜੇ ਗੋਲਡਸਮਿਥ ਵਗੈਰਾ ਨੇ, ਉਹ ਕਿਸ ਤਰ੍ਹਾਂ ਦਾ ਚੰਗਾ ਆਰਟ ਕ੍ਰੀਏਟ ਕਰਦੇ ਹੈਗੇ ਨੇ. But we just take it for granted. ਅਸੀਂ ਉਹਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਚੀਜ਼ਾਂ ਵੱਲ. ਸਾਡੇ ਲਈ what a tunnel vision we have about looking at things. This is what I'm trying to point out. ਕਿ ਵੀ ਅਸੀਂ ਮਹਾਰਾਜ ਦੀ ਜੀਵਨੀ ਵੀ ਜਿਹੜੀ ਆ, ਜਾਂ ਉਹਦੇ ਜਿਹੜੇ 40-50 ਸਾਲ ਹੈ, ਉਹ ਵੀ ਇੰਨੀ ਟਨਲ ਵਿਜ਼ਨ ਦੇ ਨਾਲ ਐਗਜ਼ਾਮਨ ਕਰਦੇ ਆ ਕਿ ਬਈ ਅਸੀਂ ਉਹ ਦੂਜੇ ਪਾਸੇ ਦੀਆਂ ਚੀਜ਼ਾਂ ਨੂੰ ਭੁਲਾ ਹੀ ਦਿੱਤਾ. So
I think we will continue that discussion. Time बहुत हो गया है इस वेले. हाँ जी, only 5 minutes more and then we have to close. And Uncle Yeah. Uncle Pavan got dropped off, and I think he had some thoughts to share from being from Lahore. So I just wanted to make sure you knew he was back on. Okay. Pavan, you want to say something? Pavan, are you there? He's No, I muted. don't. He's back on, but he's Chalo. muted. That's हाँ जी, okay. maybe next time. हाँ जी, Dr. Vasu, we have very limited time now. एक वाला कादर यार एक कवि होया जी, कादर यार. हाँ जी. उसने अपना किस्सा लिखिया सी पूਰਨ भगत दा, ते वो किस्से विच लिखदा है कि पूਰਨ भगत दी गल सुनाए के जी एक खूह इनाम लिखाया मैं. तो एक किस्से ते उन्हें खूह दे दिता महाराज रंजीत सिंह ने, उन्हें आप लिखिया है. ते इस तरह महाराज जी दी सरप्रस्ती राइटरां नूं सी. Very interesting. Well, let's continue next time. A little bit more about Maharaj Ranjit Singh, what kind of these things are there, so that we just don't talk about Jang Jodhi. We need to look at the other aspects of it too. So, मैं दसांगा सारा, ठीक है जी. हाँ जी. So please pay a little attention if you can from your resources. Okay, what are the innovative things and what are the ਯੁੱਧਾਂ ਤੋਂ ਬਗੈਰ ਜਿਹੜੀਆਂ ਚੀਜ਼ਾਂ ਸੀਗੀਆਂ ਮਹਾਰਾਜ ਰਣਜੀਤ ਦੇ ਕਿਹੋ ਜਿਹੀਆਂ ਚੀਜ਼ਾਂ ਹੋਈਆਂ ਤੇ ਉਹਨਾਂ ਤੋਂ ਅਸੀਂ ਕੀ ਸਭ ਸਿੱਖ ਸਕਦੇ ਹਾਂ. ਥੈਂਕ ਯੂ ਫॉर ਪਾਰਟਿਸਿਪੇਸ਼ਨ. ਹਾਂਜੀ, ਹਾਲਾਂਕਿ ਪਤਾ ਨਹੀਂ ਅੱਜ ਦੇ ਸਬਜੈਕਟ ਵਿੱਚ ਐਡ ਹੁੰਦਾ ਕਿ ਨਹੀਂ. ਮੈਂ ਕਾਇਦੇ ਦੀ ਗੱਲ ਕੀਤੀ ਸੀਗੀ ਐਜੂਕੇਸ਼ਨ ਦੀ, ਜਦੋਂ ਇੰਗਲਿਸ਼ ਬ੍ਰਿਟਿਸ਼ ਆਏ ਨੇ ਐਂਡ ਦੇ ਸਟੱਡੀਡ ਦੀ ਪੰਜਾਬਸ ਐਜੂਕੇਸ਼ਨ ਸਿਸਟਮ ਅੰਡਰ ਮਹਾਰਾਜ ਰਣਜੀਤ ਸਿੰਘ ਐਂਡ ਦੇ ਵਰ ਸਰਪ੍ਰਾਈਜ਼ ਕਿ ਕਿੰਨਾ ਇਫੈਕਟਿਵ ਹੈਗਾ. ਉਹਨਾਂ ਨੇ ਉਹ ਕਾਇਦੇ ਲੋਕਾਂ ਕੋਲੋਂ ਬਾਈ ਕੀਤੇ. ਉਹ ਕਿਹਾ ਜਾਂਦਾ ਹੈ ਕਿ ਉਸ ਕਾਇਦੇ ਦੀ ਕੀਮਤ ਗਨ ਤੋਂ ਜ਼ਿਆਦਾ ਸੀ, 6 ਆਨੇ ਸੀ ਜਾਂ ਕਿਤਨੀ ਸੀਗੀ, ਔਰ ਉਹਨਾਂ ਨੇ ਸਾਰੇ ਕਾਇਦੇ ਇਸ ਤਰ੍ਹਾਂ ਇਕੱਠੇ ਕਰਕੇ ਉਹਨਾਂ ਨੂੰ ਸਾੜ ਦਿੱਤਾ ਸੀ ਤਾਂ ਕਿ ਉਹ ਸਿਸਟਮ ਖਤਮ ਕਰ ਦਿੱਤਾ ਜਾਵੇ. ਸੋ ਹਾਊ ਇਫੈਕਟਿਵ ਵਾਸ ਹਿਸ ਸਿਸਟਮ ਆਫ ਐਜੂਕੇਸ਼ਨ. ਇਹ ਬੜਾ ਕਾਬਿਲ ਤਾਰੀਫ ਹੈ. ਅੱਛਾ ਜੀ, ਥੈਂਕ ਯੂ ਵੈਰੀ ਮਚ ਫॉर योर ਕੰਟਰੀਬਿਊਸ਼ਨ. ਵੀ ਹੈਵ ਟੂ ਕਲੋਜ਼ ਦ ਪ੍ਰੋਗਰਾਮ ਐਂਡ next time we'll continue the same discussion in the same way. Okay, what were the innovative things we can think about during Maharaj Ranjit Singh's kingdom, and what lessons we can learn and how we can promote those things within our current community so that we can have a more broader way of looking at things instead of just tunnel vision. Vaheguru Ji Ka Khalsa, Vaheguru Ji Ki Fateh. Thanks for your participation. And Changa Ji, Vaheguru Khalsa, Vaheguru Fateh.